वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਸ਼ਟਮ ਬਲਬੀਰਾ ਜੀਵਨੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਕਿਤਾਬ ਦਾ ਅਖੀਰਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 106। ਲੇਖਕ ਸਤਬੀਰ ਸਿੰਘ। ਭਾਗ 7ਵਾਂ। ਦਿੱਲੀ ਵਿਖੇ ਦੀਦਾਰੀ। ਜਿਸ ਜਗ੍ਹਾ ਗੁਰੂ ਹਰਕ੍ਰਿਸ਼ਨ ਜੀ ਨੂੰ ਠਹਿਰਾਇਆ ਗਿਆ ਉਹ ਮਿਰਜ਼ਾ ਰਾਜਾ ਜੈ ਸਿੰਘ ਦਾ ਬੰਗਲਾ ਸੀ। ਕਵੀ ਗੁਲਾਬ ਸਿੰਘ ਨੇ ਗੁਰੂ ਪ੍ਰਣਾਲੀ ਵਿੱਚ ਇਸੇ ਥਾਂ ਬਾਰੇ ਲਿਖਿਆ ਹੈ ਕਿ ਜਦ ਦਿੱਲੀ ਗੁਰੂ ਜੀ ਗਏ ਤਾਂ ਸ਼ਹਿਰ ਤੋਂ 1.5 ਕੋਹ ਭਾਵ 2 ਮੀਲ ਬਾਹਰ ਦੱਖਣ ਵੱਲ ਜੈ ਸਿੰਘਪੁਰਾ ਨਾਂ ਦੀ ਬਸਤੀ ਬੰਗਲਾ ਸਾਹਿਬ ਟਿਕੇ। ਇੱਥੇ ਹੀ ਗੁਰੂ ਹਰਗੋਬਿੰਦ ਜੀ ਜਦ ਗਵਾਲੀਅਰ ਤੋਂ 52 ਰਾਜਿਆਂ ਨੂੰ ਬੰਦ ਖਲਾਸ ਕਰਕੇ ਲਿਆਏ ਸਨ ਤਾਂ ਇੱਥੇ ਹੀ ਠਹਿਰੇ ਸਨ। ਇਹ ਥਾਂ ਦਿੱਲੀ ਵਾਲਿਆਂ ਦੇ ਕਹਿਣ ਮੂਜਬ 6ਵੀਂ ਪਾਤਸ਼ਾਹੀ ਦੇ ਡੇਰੇ ਲਈ ਰਾਜਾ ਜੈ ਸਿੰਘ ਨੇ ਦਿੱਤੀ ਸੀ। ਉਸ ਦੇ ਸ਼ਬਦ ਹਨ: ਦਿੱਲੀ ਗਏ 1.5 ਕੋਸ ਬਾਹਰ ਬਿਸੇਖੀਏ, ਦੱਖਣ ਕੀ ओर जय मृगंद पूरे नाम तीर बंगला कै गुरु ठोर, नाम बिखे देखिए 6वीं पातशाही डेरे लिए, दिल्ली वालों कहे मूजब जय सिंह निरपहू सवाई पेखिए। ਮਿਰਜ਼ਾ ਰਾਜਾ ਜੈ ਸਿੰਘ ਅਤੇ ਜੈ ਸਿੰਘ ਸਵਾਈ ਦਾ ਨਾਂ, ਰਿਆਸਤ, ਸਮਾਂ ਅਤੇ ਸਥਾਨ ਤਕਰੀਬਨ ਇੱਕੋ ਜਿਹਾ ਹੋਣ ਕਾਰਨ ਸਾਡੇ ਸਾਖੀਕਾਰਾਂ ਇਤਿਹਾਸਕਾਰਾਂ ਨੂੰ ਭੁਲੇਖਾ ਲੱਗਾ ਅਤੇ ਉਹਨਾਂ ਮਿਰਜ਼ਾ ਰਾਜਾ ਦੀ ਥਾਂ ਸਵਾਈ ਲਿਖ ਦਿੱਤਾ। ਜੈ ਸਿੰਘ ਸਵਾਈ ਨੇ ਹੀ ਜੰਤਰ ਮੰਤਰ ਬਣਵਾਇਆ ਸੀ ਅਤੇ ਉਹ ਬੰਗਲਾ ਸਾਹਿਬ ਦੇ ਨੇੜੇ ਸੀ। ਇਸ ਕਾਰਨ ਵੀ ਸਵਾਈ ਗਲਤੀ ਨਾਲ ਲਿਖਿਆ ਜਾਣ ਲੱਗਾ। ਉਂਝ ਸਵਾਈ ਅਜੇ ਉਸ ਸਮੇਂ ਪੈਦਾ ਵੀ ਨਹੀਂ ਸੀ ਹੋਇਆ। ਉਸ ਦਾ ਜਨਮ 1679 ਨੂੰ ਹੋਇਆ ਸੀ ਅਤੇ ਮ੍ਰਿਤਿੂ 1743 ਵਿੱਚ। ਇਹ ਰਿਸ਼ਤੇ ਵਿੱਚ ਮਿਰਜ਼ਾ ਰਾਜਾ ਜੈ ਸਿੰਘ ਦਾ ਪੜਪੋਤਰਾ ਸੀ। ਜੈਪੁਰ ਦਾ ਸ਼ਹਿਰ ਇਸੇ ਸਵਾਈ ਨੇ ਉਸਾਰਿਆ ਸੀ। ਜਿਸ ਜੈ ਸਿੰਘ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਮਿਰਜ਼ਾ ਰਾਜਾ ਜੈ ਸਿੰਘ ਹੈ। ਥਾਮਸ ਵਿਲੀਅਮ ਬੀਅਲ ਨੇ ਐਨ ਓਰੀਐਂਟਲ ਬਾਇਓਗ੍ਰਾਫੀਕਲ ਡਿਕਸ਼ਨਰੀ, ਜਿਸ ਦੀ ਸੁਧਾਈ ਹੈਨਰੀ ਜਾਰਜ ਕੀਨੀ ਨੇ ਕੀਤੀ, ਵਿੱਚ ਜੈ ਸਿੰਘ ਰਾਜਾ ਅਵਲ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਉਹ ਕਸ਼ਵਾਹਾ ਕਬੀਲੇ ਵਿੱਚੋਂ ਸੀ, ਜਿਸ ਨੂੰ ਆਮ ਤੌਰ ਤੇ ਮਿਰਜ਼ਾ ਰਾਜਾ ਕਰਕੇ ਜਾਣਿਆ ਜਾਂਦਾ ਸੀ। ਉਹ ਰਾਜਾ ਮਹਾ ਸਿੰਘ ਦਾ ਪੁੱਤਰ, ਪ੍ਰਤਾਪ ਸਿੰਘ ਦਾ ਪੋਤਰਾ ਅਤੇ ਪ੍ਰਸਿੱਧ ਮਾਨ ਸਿੰਘ ਦਾ ਪੜਪੋਤਰਾ ਸੀ। ਇਹ ਸ਼ਾਹਜਹਾਨ ਦੇ ਸਮੇਂ ਤੋਂ ਮੁਗਲ ਰਾਜ ਦੀ ਸੇਵਾ ਕਰ ਰਿਹਾ ਸੀ। ਸ਼ਿਵਾਜੀ ਨੂੰ ਇਸੇ ਨੇ ਹੀ ਪੜ੍ਹਾ ਬੁਝਾ ਕੇ ਦਿੱਲੀ ਭੇਜਿਆ ਸੀ। 1664 ਵਿੱਚ ਦੱਖਣ ਦਾ ਗਵਾਲੀਅਰ ਥਾਪ ਭੇਜਿਆ ਗਿਆ ਸੀ। ਜਦ ਸ਼ਿਵਾਜੀ 1666 ਵਿੱਚ ਇਸ ਦੇ ਪੁੱਤਰ ਰਾਮ ਸਿੰਘ ਦੀ ਨਿਗਰਾਨੀ ਹੇਠੋਂ ਭੱਜ ਨੱਠਿਆ ਤਾਂ ਇਸ ਨੂੰ ਵਾਪਸ ਬੁਲਾ ਲਿਆ ਗਿਆ ਸੀ। ਹਿਊ ਨੂੰ ਐਸੀ ਠੇਸ ਵੱਜੀ ਕਿ ਦਿੱਲੀ ਵੱਲ ਆਉਂਦਿਆਂ ਰਾਹ ਵਿੱਚ ਹੀ ਬੁਹਾਰਨਪੁਰ ਵਿਖੇ ਮੌਤ ਹੋ ਗਈ। ਮਰਨ ਵੇਲੇ ਉਸ ਕਿਹਾ ਸੀ ਕਿ ਜਿਤਨੀ ਮੈਂ ਔਰੰਗਜ਼ੇਬ ਦੀ ਸੇਵਾ ਕੀਤੀ ਹੈ ਇਤਨੀ ਹੀ ਪ੍ਰਭੂ ਦੀ ਕੀਤੀ ਹੁੰਦੀ ਤਾਂ ਮੈਨੂੰ ਪ੍ਰਭੂ ਮਿਲ ਜਾਂਦਾ ਤੇ ਮਰਨਾ ਸਹਿਲਾ ਹੁੰਦਾ। ਇਹ ਵੀ ਯਾਦ ਰਹੇ ਕਿ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਦਾਰਾ ਫੜਿਆ ਗਿਆ ਸੀ। ਬੀਐਲ ਨੇ ਉਰਮੀ ਦੀ ਹਿਸਟੋਰੀਕਲ ਫਰੈਗਮੈਂਟਲ ਆਫ ਦੀ ਮੁਗਲ ਐਮਪਾਇਰ ਦੇ ਹਵਾਲੇ ਨਾਲ ਲਿਖਿਆ ਕਿ ਸ਼ਹਿਜ਼ਾਦਾ ਮੁਅੱਜ਼ਮ ਦੀ ਬਗਾਵਤ ਹੋਣ ਤੇ ਇਸ ਨੂੰ ਵਾਪਸ ਬੁਲਾ ਲਿਆ ਗਿਆ ਸੀ ਅਤੇ ਔਰੰਗਜ਼ੇਬ ਦੇ ਕਹਿਣ ਤੇ ਹੀ ਇਸ ਨੂੰ ਜ਼ਹਿਰ ਦਿੱਤਾ ਗਿਆ ਸੀ। ਜੈ ਸਿੰਘ ਇੱਕ ਵਿਦਵਾਨ ਅਤੇ ਸੂਝਵਾਨ ਵਿਅਕਤੀ ਸੀ। ਹਿੰਦੀ ਦਾ ਚੰਗਾ ਜਾਣੂ ਅਤੇ ਤੁਰਕੀ, ਫਾਰਸੀ ਅਤੇ ਹੋਰ ਅਰਬ ਦੇਸ਼ਾਂ ਦੀਆਂ ਬੋਲੀਆਂ ਪੜ੍ਹ ਸਮਝ ਲੈਂਦਾ ਸੀ। ਜੈ ਸਿੰਘ ਨੇ ਕਈ ਮਹੱਲ ਆਗਰੇ ਅਤੇ ਦਿੱਲੀ ਉਸਾਰੇ ਸਨ। ਹੁਣ ਭਾਵੇਂ ਕੋਈ ਨਿਸ਼ਾਨ ਨਹੀਂ ਸੀ ਰਿਹਾ ਪਰ ਥਾਵਾਂ ਜੈ ਸਿੰਘਪੁਰਾ ਕਰਕੇ ਹੀ ਜਾਣੀਆਂ ਜਾਂਦੀਆਂ ਹਨ। ਸੁਭਾਅ ਖੁਸ਼ਾਮਦੀ ਸੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਪਹਿਲੀ ਦ੍ਰਿਸ਼ਟੀ ਨਾਲ ਜਾਣ ਗਏ ਸਨ। ਉਹਨਾਂ ਆਪਣੇ ਨਿਕਟੀ ਸਿੱਖਾਂ ਨੂੰ ਜਦ ਰਾਣੀ ਨੂੰ ਭੇਸ ਵਟਾ ਉਹਨਾਂ ਨੂੰ ਮਹਿਲਾਂ ਵਿੱਚ ਚਰਨ ਪਾਉਣ ਲਈ ਕਿਹਾ ਤਾਂ ਆਖ ਵੀ ਦਿੱਤਾ ਸੀ ਕਿ ਅਸੀਂ ਤਾਂ ਇਸ ਦੇ ਪ੍ਰੇਮ ਕਰਕੇ ਚੱਲ ਪਏ। ਹੁਣ ਉਹ ਕਿਹੜੇ ਪੁੱਠੇ ਰਾਹ ਪੈ ਗਿਆ ਹੈ। ਘੱਟ ਸਮਝ ਵਾਲਾ ਹੈ ਅਤੇ ਲੰਮੀ ਨਜ਼ਰ ਨਹੀਂ ਸੂ, ਪਰ ਲੋਕ ਦੇ ਸੁੱਖ ਨੂੰ ਵੀ ਨਹੀਂ ਪਾ ਸਕੇਗਾ। ਸਿਮਰਨ ਭੁਲਾ ਬੈਠਾ ਹੈ ਅਤੇ ਮਾਇਆ ਨੇ ਇਸ ਤੇ ਜ਼ੋਰ ਪਾਇਆ ਹੈ। ਅੰਮ੍ਰਿਤ ਛੱਡ ਕੇ ਜ਼ਹਿਰ ਵਿਹਾਜ ਰਿਹਾ ਹੈ। ਹੀਰੇ ਦੀ ਥਾਂ ਕੱਚ ਵੱਲ ਦੌੜ ਰਿਹਾ ਹੈ। ਆਪ ਜੀ ਦੇ ਬਚਨ ਸਨ: इसके प्रेम जान चल आए, अब के ठठ्य कुमत बिचलाए, नह दीर्घ दर्शी महमद नहीं चाहत परलोक आनंद। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਇਤਨਾ ਅਹੰਕਾਰ ਗਿਆ ਸੀ ਕਿ ਕਈ ਵਾਰੀ ਸ਼ਰਾਬ ਦੀ ਮਸਤੀ ਵਿੱਚ ਉਹ ਕੱਚ ਦੇ 2 ਪਿਆਲੇ ਭਰ ਕੇ ਦੋਹਾਂ ਹੱਥਾਂ ਵਿੱਚ ਉਠਾ ਲੈਂਦਾ ਸੀ ਤੇ ਕਹਿੰਦਾ ਸੀ ਕਿ ਸੱਜੇ ਹੱਥ ਵਾਲਾ ਦਿੱਲੀ ਦਾ ਬਾਦਸ਼ਾਹ ਹੈ ਅਤੇ ਖੱਬੇ ਵਾਲਾ ਬਾਦਸ਼ਾਹ ਦਾ ਦੁਸ਼ਮਣ।
ਖੱਬੇ ਦੇ ਭਰੇ ਪਿਆਲੇ ਨੂੰ ਪਹਿਲਾਂ ਡੋਲ ਅਤੇ ਫਿਰ ਭੰਨ ਕੇ ਕਹਿੰਦਾ ਕਿ ਉਹ ਗਿਆ ਬਾਦਸ਼ਾਹ ਦਾ ਦੁਸ਼ਮਣ ਜਿਸ ਨੂੰ ਚਕਨਾਚੂਰ ਕਰ ਦਿੱਤਾ ਹੈ, ਅਤੇ ਦੂਜੇ ਨੂੰ ਜਦ ਚਾਹਾਂ ਤੋੜ ਭੰਨ ਦਿਆਂਗਾ। ਇਸ ਦੀ ਰੌਸ਼ਨੀ ਵਿੱਚ ਜੈ ਸਿੰਘ ਦੇ ਮਰਨ ਸਮੇਂ ਕਹੇ ਸ਼ਬਦ ਕਿ ਉਹ ਅੱਗਾ ਨਹੀਂ ਸਵਾਰ ਸਕਿਆ ਦੇ ਅਰਥ ਛੇਤੀ ਸਮਝ ਆ ਜਾਣਗੇ। ਇਹ ਕੁਥਾ ਨਹੀਂ ਹੋਵੇਗਾ ਜੇ ਮੁਆਸਰੇ ਆਲਮਗੀਰੀ ਦੇ ਸ਼ਿਵਾਜੀ ਦੀ ਫਰਾਰੀ ਅਤੇ ਫਿਰ ਜੈ ਸਿੰਘ ਦੀ ਮੌਤ ਸਮੇਂ ਲਿਖੇ ਸ਼ਬਦ ਵੀ ਲਿਖ ਦਿੱਤੇ ਜਾਣ। ਉਹ ਲਿਖਦਾ ਹੈ, ਰਾਜਾ ਜੈ ਸਿੰਘ ਨੇ ਸ਼ਿਵਾਜੀ ਨੂੰ ਔਰੰਗਜ਼ੇਬ ਦੀ ਹਜ਼ੂਰੀ ਵਿੱਚ ਭੇਜ ਦਿੱਤਾ। ਸ਼ਿਵਾਜੀ ਜਦ ਤਖਤ ਦੇ ਲਾਗੇ ਪੁੱਜੇ ਤਾਂ ਸ਼ਾਹਪਨਾਹ ਨੇ ਕੁੰਵਰ ਰਾਮ ਸਿੰਘ ਅਤੇ ਮੁਖਲਿਸ ਖਾਨ ਨੂੰ ਹੁਕਮ ਦਿੱਤਾ ਕਿ ਉਸ ਨੂੰ ਹਜ਼ੂਰ ਵਿੱਚ ਲੈ ਆਂਦਾ ਜਾਏ। ਉਸ ਸਮੇਂ ਜਸ਼ਨ ਚੱਲ ਰਹੇ ਸਨ ਅਤੇ ਬਾਦਸ਼ਾਹ ਦੀ ਜ਼ਿੰਦਗੀ ਦਾ 50ਵਾਂ ਸਾਲ ਸ਼ੁਰੂ ਹੋਇਆ ਸੀ। ਸ਼ਿਵਾਜੀ ਆਪਣੇ ਬੇਟੇ ਸੰਭਾ ਨਾਲ ਸ਼ਾਹੀ ਹਜ਼ੂਰ ਹਾਜ਼ਰ ਹੋਇਆ ਅਤੇ ਅਦਾਬ ਬਜਾ ਲਿਆਇਆ। 1,500 ਅਸ਼ਰਫੀਆਂ ਭੇਟ ਕੀਤੀਆਂ ਅਤੇ 6,000 ਰੁਪਇਆ ਬਾਦਸ਼ਾਹ ਦੇ ਸਿਰ ਤੋਂ ਵਾਰਿਆ। ਰਾਜਾ ਜੈ ਸਿੰਘ ਨੇ ਇਸ ਖਾਹਿਸ਼ ਨਾਲ ਦਿੱਲੀ ਭੇਜਿਆ ਸੀ ਕਿ ਪਿਛਲੇ ਸਾਰੇ ਕੀਤੇ ਕੰਮ ਬਾਦਸ਼ਾਹ ਨੇ ਮੁਆਫ ਕਰ ਦਿੱਤੇ ਹਨ। ਔਰੰਗਜ਼ੇਬ ਦਾ ਇਰਾਦਾ ਸੀ ਕਿ ਕੁਝ ਦਿਨਾਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਜਾਵੇ, ਪਰ ਜਦ ਉਸ ਨੂੰ ਉਮਰਾਵਾਂ ਦੀ ਕਤਾਰ ਵਿੱਚ ਖੜਾ ਕੀਤਾ ਗਿਆ ਤਾਂ ਉਹ ਕੰਵਰ ਰਾਮ ਸਿੰਘ ਨੂੰ ਆਪਣੀ ਰੰਜਿਸ਼ ਦਾ ਪ੍ਰਗਟਾਵਾ ਕਰਕੇ ਤਿਲ ਮਿਲਾਣ ਲੱਗਾ। ਔਰੰਗਜ਼ੇਬ ਨੇ ਸਭ ਦੇਖ ਲਿਆ ਅਤੇ ਕੰਵਰ ਰਾਮ ਸਿੰਘ ਨੂੰ ਕਿਹਾ ਕਿ ਇਸ ਨੂੰ ਆਪਣੇ ਘਰ ਲੈ ਜਾਏ ਅਤੇ ਰੋਜ਼ ਪੁੱਤਰ ਸਮੇਤ ਦਰਬਾਰ ਹਾਜ਼ਰ ਕਰੇ। ਫੌਲਾਦ ਖਾਨ ਨੂੰ ਨਿਗਾਹਬਾਨੀ ਲਈ ਨਿਯੁਕਤ ਕੀਤਾ ਕਿਉਂਕਿ ਔਰੰਗਜ਼ੇਬ ਨੂੰ ਸ਼ਿਵਾਜੀ ਦੇ ਫਰਾਰ ਪਸੰਦ ਸੁਭਾਅ ਦਾ ਪਤਾ ਸੀ। ਇਤਨੇ ਨੂੰ ਜਦ ਰਾਜਾ ਜੈ ਸਿੰਘ ਕੋਲੋਂ ਦੱਖਣ ਵਿੱਚ ਰਾਏ ਮੰਗੀ ਗਈ ਤਾਂ ਉਸ ਲਿਖਿਆ ਕਿ ਸ਼ਿਵਾਜੀ ਕੋਲੋਂ ਇਕਰਾਰ ਲੈ ਲਿਆ ਸੀ ਅਤੇ ਨੀਤੀ ਇਹ ਹੀ ਮੰਗ ਕਰਦੀ ਹੈ ਕਿ ਕੁਝ ਨਾ ਕਿਹਾ ਜਾਏ। ਫੌਲਾਦ ਖਾਨ ਹਟਾ ਲਿਆ ਗਿਆ ਅਤੇ ਰਾਮ ਸਿੰਘ ਹਿਫਾਜ਼ਤ ਕਰਨ ਤੋਂ ਅਵੇਸਲਾ ਹੋ ਗਿਆ। ਮੌਕਾ ਪਾਉਂਦੇ ਹੀ ਸ਼ਿਵਾਜੀ ਆਪਣੇ ਬੇਟੇ ਸਮੇਤ ਭੇਸ ਬਦਲ ਭੱਜ ਉੱਠਿਆ। ਰਾਮ ਸਿੰਘ ਨੂੰ ਮਨਸਬ ਤੋਂ ਵੱਖ ਕਰ ਦਿੱਤਾ ਗਿਆ ਅਤੇ ਜੈ ਸਿੰਘ ਨੂੰ ਹੁਕਮ ਭੇਜਿਆ ਕਿ ਉਹ ਸ਼ਿਵਾਜੀ ਦੇ ਦਮਾਦ ਨੀਤੂ ਜੋ ਉਸ ਪਾਸ 5,000 ਮਨਸਬਦਾਰ ਹੈ ਪਕੜ ਕੇ ਭੇਜ ਦੇਵੇ। ਜੈ ਸਿੰਘ ਨੇ ਉਸੇ ਤਰ੍ਹਾਂ ਕੀਤਾ। ਸ਼ਿਵਾਜੀ ਦੇ ਜਵਾਈ ਨੂੰ ਗ੍ਰਿਫਤਾਰ ਕਰਕੇ ਫਦਾਈ ਖਾਨ ਦੇ ਹਵਾਲੇ ਕਰ ਦਿੱਤਾ। ਜਬਰੀ ਮੁਸਲਮਾਨ ਬਣਾਇਆ ਗਿਆ। ਜੈ ਸਿੰਘ ਦਾ ਐਸਾ ਦਿਲ ਟੁੱਟਾ ਕਿ ਅਗਲੇ ਸਾਲ ਉਸ ਦੀ ਮੌਤ ਹੋ ਗਈ ਜਾਂ ਜ਼ਹਿਰ ਦੇ ਦਿੱਤਾ ਗਿਆ। ਮੁਆਸਰੇ ਆਲਮਗੀਰੀ ਵਾਲਾ ਜਲੂਸ ਆਲਮਗੀਰੀ ਦੇ 10ਵੇਂ ਸਾਲ ਸਨ 1667 ਹੇਠਾਂ ਲਿਖਦਾ ਹੈ ਕਿ ਬੁਰਹਾਨਪੁਰ ਦੇ ਅਰਜੀ ਨਵੀਸਾਂ ਦੀਆਂ ਲਿਖੀਆਂ ਅਰਜ਼ਦਾਸਤਾਂ ਤੋਂ ਪਤਾ ਲੱਗਦਾ ਹੈ ਕਿ ਰਾਜਾ ਜੈ ਸਿੰਘ ਔਰੰਗਾਬਾਦ ਤੋਂ ਰਵਾਨਾ ਹੋ ਕੇ ਹੀ ਆ ਰਿਹਾ ਸੀ ਕਿ ਮੁਹਰਮ ਦੀ 28 ਨੂੰ ਮ੍ਰਿਤੂ ਹੋਈ। ਮਾਨੂਕੀ ਦੇ ਲਿਖੇ ਅਨੁਸਾਰ ਜਦ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਦੀ ਮੌਤ ਬਾਰੇ ਸੁਣਿਆ ਤਾਂ ਅਫਸੋਸ ਨਾਲੋਂ ਉਸ ਰਾਹਤ ਪ੍ਰਗਟ ਕੀਤੀ ਕਿ ਜਿਵੇਂ ਕੋਈ ਵੈਰੀ ਮੋਇਆ ਹੁੰਦਾ ਹੈ। ਇੱਥੋਂ ਸੋਭ ਮਿਲਦੀ ਹੈ ਕਿ ਔਰੰਗਜ਼ੇਬ ਇਸ ਦਾ ਆਦਰ ਵੀ ਭੈਖਣੋਂ ਕਰਦਾ ਸੀ। ਔਰੰਗਜ਼ੇਬ ਜੈ ਸਿੰਘ ਨੂੰ ਬੁਲਾਉਣ ਵੇਲੇ ਬਾਬਾ ਜੀ ਜਾਂ ਰਾਜਾ ਜੀ ਕਹਿੰਦਾ ਸੀ। ਔਰੰਗਜ਼ੇਬ ਨੇ ਉਸ ਦੇ ਪੁੱਤਰ ਕੰਵਰ ਰਾਮ ਸਿੰਘ, ਜਿਸ ਕੋਲੋਂ ਸਾਰੇ ਮਨਸਬ ਖੋਹ ਲਏ ਗਏ ਸਨ, ਕਸੂਰ ਮੁਆਫ ਕਰਕੇ ਰਾਜਾ ਦਾ ਖਿਤਾਬ ਦਿੱਤਾ। ਉਹ ਹੀ ਫਿਰ ਅਸਾਮ ਦੀ ਮੁਹਿੰਮ ਵਿੱਚ ਭੇਜਿਆ ਗਿਆ ਅਤੇ ਉਸ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਰਹਿਮਤਾਂ ਮੰਗੀਆਂ। ਇਹ ਸਭ ਇਸ ਲਈ ਲਿਖਦਾ ਹੈ ਤਾਂ ਕਿ ਮਿਰਜ਼ਾ ਰਾਜਾ ਜੈ ਸਿੰਘ ਦੀ ਔਰੰਗਜ਼ੇਬ ਪ੍ਰਤੀ ਵਫਾਦਾਰੀ ਦਾ ਪਤਾ ਲੱਗ ਜਾਏ ਅਤੇ ਪ੍ਰਗਟ ਰਹੇ ਕਿ ਉਹ ਹਰ ਹੀਲੇ ਔਰੰਗਜ਼ੇਬ ਦੀ ਹੀ ਗੱਲ ਕਰੇਗਾ। ਸ਼ਿਵਾਜੀ ਨੂੰ ਪੁਚਲਾ ਕੇ ਉਸ ਦਿੱਲੀ ਭੇਜਿਆ। ਇੱਥੇ ਵੀ ਐਸੇ ਹੀ ਹੱਥ ਕੰਡੇ ਵਰਤਣਾ ਲੋੜਦਾ ਸੀ। ਜਦ ਰਾਜਾ ਜੈ ਸਿੰਘ ਨੇ ਗੁਰੂ ਜੀ ਪਾਸ ਹਾਜ਼ਰੀ ਭਰੀ, ਬੜੀ ਚਾਤੁਰੀ ਨਾਲ ਕਿਹਾ ਕਿ ਉਹ ਬਾਦਸ਼ਾਹ ਪਾਸ ਜਾ ਰਿਹਾ ਹੈ ਅਤੇ ਉਸ ਪਾਸ ਆਪ ਜੀ ਦਾ ਜਸ ਦੱਸੇਗਾ। ਗੁਰੂ ਪਾਤਸ਼ਾਹ ਨੇ ਉਸ ਨੂੰ ਵਿੱਚੋਂ ਹੀ ਟੋਕ ਦਿੱਤਾ ਕਿ ਇਹ ਗੱਲ ਕਦੀ ਨਹੀਂ ਭੁੱਲਣੀ ਕਿ ਸਾਡਾ ਬਾਦਸ਼ਾਹ ਨਾਲ ਕਦੇ ਮੇਲ ਨਹੀਂ ਹੋ ਸਕਦਾ। ਗੁਰੂ ਪਿਤਾ ਜੀ ਇਹੀ ਹੀ ਕਹਿ ਗਏ ਸਨ ਕਿ ਜੇ ਕਾਰਨ ਵਸ ਦਿੱਲੀ ਜਾਣਾ ਪਵੇ ਤਾਂ ਸੰਗਤਾਂ ਨੂੰ ਹੀ ਮਿਲਣਾ, ਬਾਦਸ਼ਾਹ ਦੇ ਨਾਲ ਮਿਲਣ ਦੇ ਮਨੋਰਥ ਨੂੰ ਛੱਡੀ ਰੱਖਣਾ। ਜੈ ਸਿੰਘ ਦੀ ਘਬਰਾਹਟ ਵੱਧ ਗਈ। ਔਰੰਗਜ਼ੇਬ ਨੂੰ ਉਸ ਨੇ ਝਿਜਕਦੇ ਸਾਰੀ ਗੱਲ ਦੱਸ ਦਿੱਤੀ। ਔਰੰਗਜ਼ੇਬ ਵੀ ਹੈਰਾਨ ਹੋਇਆ ਅਤੇ ਦੇਖਣ ਕੋ ਪਈ ਉਲਫਤ ਗਰਮ ਇੱਕ ਤਦਬੀਰ ਕੀਤੀ ਅਤੇ ਜੁਗਤ ਬਣਾ ਕੇ ਰਤਨ ਬਸਤਰ ਖਿਲਾਉਣੇ, ਗਹਿਣੇ ਅਤੇ ਮਾਲਾ ਇੱਕ ਉਮਰਾਵ ਹੱਥ ਨਜ਼ਰਾਨੇ ਵਜੋਂ ਭੇਜੀ। ਸਿੱਖ ਇਤਿਹਾਸ ਕਹਿੰਦਾ ਹੈ ਕਿ ਗੁਰੂ ਜੀ ਨੇ ਕੇਵਲ ਇੱਕ ਤਸਬੀਹ ਰੱਖ ਕੇ ਬਾਕੀ ਸਭ ਵਾਪਸ ਭੇਜ ਦਿੱਤੀਆਂ ਅਤੇ ਭਟਾਵਾਂ ਲਿਆਉਣ ਵਾਲੇ ਨੂੰ ਕਿਹਾ ਕਿ ਬਾਦਸ਼ਾਹ ਨੂੰ ਜਾ ਕੇ ਕਹਿ ਦੇਣਾ ਕਿ ਮੇਲ ਕਿਸੇ ਸੂਰਤ ਵਿੱਚ ਨਹੀਂ ਹੋਵੇਗਾ। ਗੁਰੂ ਪਿਤਾ ਦੇ ਬਚਨ ਅਟੱਲ ਹਨ। ਉਮਰਾਵ ਗੁਰੂ ਦੇ ਕਾਮਲ ਅਤੇ ਦ੍ਰਿੜ ਵਚਨ ਸੁਣ ਕੇ ਅਚੰਭੇ ਵਿੱਚ ਆਇਆ। ਉਹ ਜਾਣ ਗਿਆ ਕਿ ਇਹ ਲੰਮੀ ਨਜ਼ਰ ਵਾਲੇ
ਦ੍ਰਿੜ ਚਿੱਤ ਮਹਾਨ ਪੁਰਸ਼ ਹਨ। ਦੀਰਘਦਰਸ਼ੀ ਮਰਦ ਮਹਾਨੇ ਸਾਥੀ ਅਲੰਕਾਰਾਂ ਨੂੰ ਉਸ ਕਿਹਾ ਕਿ ਕੈਸੇ ਨਿਰਭੈ ਹਨ ਗੁਰੂ ਜੀ। ਕੌਣ ਹੈ ਇਸ ਵੇਲੇ ਜੋ ਬਾਦਸ਼ਾਹ ਨੂੰ ਮਿਲਣਾ ਨਹੀਂ ਚਾਹੁੰਦਾ? ਹਰ ਕਿਸੇ ਨੂੰ ਪਤਾ ਹੈ ਕਿ ਬਾਦਸ਼ਾਹ ਨਾਲ ਮੇਲ ਰੱਖਿਆ ਸੰਸਾਰਿਕ ਵਡਿਆਈਆਂ ਮਿਲਦੀਆਂ ਹਨ। ਉਹਨਾਂ ਵਡਿਆਈਆਂ ਨੂੰ ਠੁਕਰਾ ਦੇਣਾ ਇਹਨਾਂ ਦਾ ਹੀ ਕੰਮ ਹੈ। ਫਿਰ ਬਾਦਸ਼ਾਹ ਹਿੱਤ ਕਰਕੇ ਬੁਲਾ ਰਿਹਾ ਹੋਵੇ। ਬਾਦਸ਼ਾਹ ਦੇ ਮੇਲ ਨੂੰ ਨਾ ਚਾਹੁਣ ਵਾਲੇ ਕੇਵਲ ਇਹ ਹੀ ਹਨ। ਕੇਵਲ ਇਹਨਾਂ ਦਾ ਸਾਨੀ ਨਹੀਂ, ਬਾਦਸ਼ਾਹ ਬੁਲਾਵੇ ਅਤੇ ਫੇਰ ਕੋਈ ਨਾ ਜਾਵੇ, ਐਸਾ ਕੌਣ ਹੈ? ਇਹ ਹੀ ਇੱਕ ਹਨ। ਗੁਰੂ ਜੀ ਦਾ ਇਤਨਾ ਦ੍ਰਿੜ ਚਿੱਤ ਰਹਿਣਾ ਸਾਡੇ ਲਈ ਪੂਰਨੇ ਸਨ ਕਿ ਕਿਸੇ ਵੱਡੀ ਤੋਂ ਵੱਡੀ ਸਰਕਾਰੀ ਸ਼ਕਤੀ ਦੀ ਪ੍ਰਵਾਹ ਨਹੀਂ ਕਰਨੀ। ਕਹਿੰਦੇ ਹਨ ਕਿ ਰਾਮ ਰਾਏ ਨੇ ਬਲਦੀ ਅੰਦਰ ਤੇਲ ਘੱਤਿਆ ਵਾਲੀ ਗੱਲ ਕੀਤੀ। ਗੁਰੂ ਜੀ ਨੂੰ ਹਠੀ ਅਤੇ ਆਪ ਹੁਦਰਾ ਕਿਹਾ ਜੋ ਬਾਦਸ਼ਾਹ ਤੱਕ ਦੀ ਪ੍ਰਵਾਹ ਨਹੀਂ ਕਰਦਾ। ਜੈ ਸਿੰਘ ਨੇ ਜਦ ਰਾਮ ਰਾਏ ਦੇ ਵਤੀਰੇ ਦੀ ਗੱਲ ਕੀਤੀ ਤਾਂ ਗਹਿਰ ਗੰਭੀਰ ਅਤੇ ਧੀਰਜ ਦੀ ਮੂਰਤ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ, ਜੈ ਸਿੰਘ ਜੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਭਰਾ ਵਰਗਾ ਕੋਈ ਦੂਜਾ ਮਿੱਤਰ ਨਹੀਂ ਹੈ। ਜੇ ਆਪਸ ਵਿੱਚ ਪਿਆਰ ਮੇਲ ਹੋਵੇ ਤੇ ਭਰਾ ਜਿਹਾ ਦੁਸ਼ਮਣ ਕੋਈ ਸੰਸਾਰ ਵਿੱਚ ਨਹੀਂ ਜੇ ਵਿਗੜ ਜਾਵੇ। ਸਭ ਪਾਸੇ ਇਹ ਸੋਈ ਫੈਲ ਗਈ ਕਿ ਐਸਾ ਗੁਰੂ ਤਖਤ ਤੇ ਬੈਠਾ ਹੈ ਅਤੇ ਦਿੱਲੀ ਆਇਆ ਹੈ ਜੋ ਬੇਮੋਹਤਾਜ ਬੇਪਰਵਾਹ ਹੈ। ਔਰੰਗਜ਼ੇਬ ਤੱਕ ਦੀ ਪਰਵਾਹ ਨਹੀਂ ਕਰਦਾ। ਉਧਰ ਉਹਨਾਂ ਦਾ ਭਰਾ ਦੇਖੋ ਜੋ ਸ਼ਾਹ ਦੀਆਂ ਪਰਕਰਮਾਂ ਹੀ ਕਰੀ ਜਾਂਦਾ ਹੈ। ਬੇਪਰਵਾਹ ਗੁਰੂ ਜੀ ਦੇ ਦਰਸ਼ਨਾਂ ਨੂੰ ਦਿੱਲੀ ਉਮੜ ਪਈ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਸਹਿਜ ਭਾਏ ਬਰਬਚਨ ਜਹ ਕਰੀ ਤਤਕਾਲ ਕਾਰਜ ਤਿੰਨ ਸਰੇ। ਜੋ ਜਗਿਆਸੂ ਪ੍ਰਭੂ ਮਿਲਾਪ ਦੇ ਦੀਦਾਰ ਦੀ ਇੱਛਾ ਲੈ ਕੇ ਆਉਂਦੇ ਸਨ, ਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਅਤੇ ਉਹਨਾਂ ਦੇ ਹਿਰਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਇਹ ਅਸਚਰਜ ਲੀਲਾ ਦੇਖ ਲੋਕ ਖੁਸ਼ੀਆਂ ਮਾਣਦੇ ਘਰੀ ਮੁੜਦੇ। ਬੰਗਲਾ ਸਾਹਿਬ ਹਰ ਵੇਲੇ ਭੀੜ ਹੀ ਬਣੀ ਰਹਿੰਦੀ। ਭਰੀ ਭੀੜ ਰਹਿ ਸਤਿਗੁਰਦੁਆਰੇ। ਕੋਈ ਸਿਮਰਨ ਸਤਨਾਮ ਦਾ ਮੰਗਦਾ, ਕੋਈ ਸੁੱਖ ਸੁੱਤ ਧਨ ਧਾਮ ਦੀ ਜਾਚਨਾ ਕਰਦਾ, ਕੋਈ ਮਨ ਵਿੱਚ ਹੀ ਮੰਗ ਕਰਦਾ ਅਤੇ ਕੋਈ ਬੋਲ ਸੁਣਾਉਂਦਾ। ਗੁਰੂ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ। ਕੀਰਤੀ ਘਰ ਘਰ ਫੈਲ ਗਈ। ਹਰ ਘਰ ਚਾਅ ਜਾਗ ਪਿਆ। ਜਦ ਕੋਈ ਇੱਕ ਦੂਜੇ ਨੂੰ ਦਰਸ਼ਨ ਕਰਨ ਉਪਰੰਤ ਮਿਲਦਾ ਤਾਂ ਇਹ ਹੀ ਕਹਿੰਦਾ ਕਿ ਇਹ ਪਰਮ ਪੁਰਖ ਹਨ ਜੋ ਕਿਰਪਾ ਕਰਕੇ ਦਿੱਲੀ ਆਏ ਹਨ, ਆਪਣੀ ਮਿਹਰ ਕਰਕੇ ਸ਼ਹਿਰ ਦੇ ਦੁੱਖ ਹਰ ਰਹੇ ਹਨ। ਉਧਰ ਵੱਡਾ ਭਾਈ ਦੇਖੋ ਜੋ ਬਾਦਸ਼ਾਹ ਨੂੰ ਖੁਸ਼ ਕਰਨ ਵਿੱਚ ਲੱਗਾ ਹੋਇਆ ਹੈ। ਗੁਰੂ ਜੀ ਗਰੀਬ ਨਿਵਾਜ ਹਨ, ਦੁੱਖ ਅਤੇ ਦੋਖ ਵਿਨਾਸ਼ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ ਨਜ਼ਰ ਵਿੱਚ ਅਮੀਰ ਗਰੀਬ ਰਾਜਾ ਰੰਕ ਇੱਕੋ ਜਿਹੇ ਹਨ। ਧਨੀ ਰੰਕ ਜਿਨ ਕੋ ਸਮਾ ਹੈ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਦਿੱਲੀ ਨੂੰ ਉਹਨਾਂ ਦਿਨਾਂ ਵਿੱਚ ਇੱਕ ਬੜੀ ਅਜੀਬ ਬਿਮਾਰੀ ਨੇ ਗ੍ਰਸਿਆ ਹੋਇਆ ਸੀ। ਸੂਈ ਵਾਂਗ ਪਹਿਲਾਂ ਚੋਭ ਹੁੰਦੀ ਸੀ, ਫਿਰ ਸਾਰੇ ਪਿੰਡੇ ਹੀ ਸੂਈਆਂ ਚੁਭਦੀਆਂ ਲੱਗਦੀਆਂ ਸਨ ਅਤੇ ਫਿਰ ਤਾਪ ਚੜ੍ਹਦਾ ਤੇ ਮ੍ਰਿਤੂ ਹੋ ਜਾਂਦੀ। ਇੱਕ ਦਿਨ ਵਿੱਚ ਹਜ਼ਾਰਾਂ ਮਰਨ ਲੱਗੇ। ਕਈ ਇਲਾਜ ਉਪਰਾਲੇ ਹੋਏ ਪਰ ਠੱਲ ਪੈਂਦੀ ਹੀ ਨਹੀਂ ਸੀ। ਗੁਰੂ ਜੀ ਨੇ ਇਹ ਦੁਰਦਸ਼ਾ ਸੁਣ ਦੇਖ ਉਹਨਾਂ ਮਹੱਲਿਆਂ ਗਲੀਆਂ ਵਿੱਚ ਜਾਣਾ ਆਰੰਭ ਕੀਤਾ। ਮੁਰਦਿਆਂ ਨੂੰ ਠਿਕਾਣੇ ਲਗਾਉਣ ਦੇ ਪ੍ਰਬੰਧ ਕੀਤੇ ਜੋ ਇਸ ਬਿਮਾਰੀ ਦੀ ਪਕੜ ਵਿੱਚ ਸਨ। ਉਹਨਾਂ ਤੇ ਮਿਹਰ ਭਰੀ ਨਜ਼ਰ ਕੀਤੀ ਅਤੇ ਅਰੋਗ ਕੀਤੇ। ਇਹ ਦੇਖ ਕੇ ਗਲੀਆਂ ਵਿੱਚੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਆਪ ਜੀ ਝਰੋਖੇ ਵਿੱਚ ਬੈਠ ਦਰਸ਼ਨ ਦਿੰਦੇ ਅਤੇ ਡਿੱਠੇ ਸਭ ਦੁੱਖ ਜਾਂਦੇ। ਜੋ ਕੋਈ ਸੁਣਦਾ ਭੱਜਿਆ ਆਉਂਦਾ। ਸ਼ਰਧਾਲੂਆਂ ਨੇ ਚਬੱਚਾ ਵੀ ਬਣਾ ਦਿੱਤਾ ਤਾਂ ਕਿ ਹਰ ਕੋਈ ਦੁਖੀ ਕੁਰਲਾਉਂਦਾ ਚਰਨਾ ਮਿਰਤ ਲੈ ਕੇ ਜਾਏ। ਲੰਗਰ ਵੀ ਲਗਾ ਦਿੱਤੇ ਤਾਂ ਕਿ ਛਕੇ ਗਰੀਬ ਫਕੀਰ ਅਪਾਰੇ। ਗੱਲ ਕੀ ਲੋਕੀ ਜੀਵਨ ਦਾਤ ਲੈ ਮੁੜਦੇ। ਜਸ ਚਾਰੇ ਪਾਸੇ ਫੈਲ ਗਿਆ ਅਤੇ ਲਗੇ ਲੋਗ ਬਿਨ ਰੋਗ ਹੁਵੀਨਾ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ, ਗੁਰ ਮਹਿਮਾ ਸੁਣ ਬਾਦਸ਼ਾਹ ਮਨ ਅੰਦਰ ਖੁਣ ਸਭ ਢਾਏ। ਮਨ ਮੂੰਹ ਮਨਸੂਬੇ ਕਰੇ ਚਲੇ ਨਾ ਕਛੂ ਚਲਾਏ। ਉਹਨਾਂ ਮਨਸੂਬਿਆਂ ਵਿੱਚੋਂ ਇੱਕ ਸੀ ਮਿਰਜ਼ਾ ਰਾਜਾ ਜੈ ਸਿੰਘ ਨੂੰ ਤਿਆਰ ਕਰਨਾ ਕਿ ਉਹ ਆਪਣੀ ਰਾਣੀ ਨੂੰ ਨੌਕਰਾਣੀਆਂ ਵਾਲੇ ਕੱਪੜੇ ਪਵਾ ਕੇ ਅਤੇ ਸਵਾਣੀਆਂ ਨੂੰ ਰਾਣੇ ਵਾਲੇ ਕੱਪੜੇ ਪਵਾ ਕੇ ਗੁਰੂ ਜੀ ਸਾਹਮਣੇ ਲਿਆਵੇ। ਜੇ ਉਹਨਾਂ ਨਾ ਪਛਾਣਿਆ ਤਾਂ ਫਿਰ ਔਰੰਗਜ਼ੇਬ ਵੀ ਫਕੀਰੀ ਭੇਸ ਵਿੱਚ ਗੁਰੂ ਜੀ ਨੂੰ ਮਿਲਣ ਜਾਏਗਾ ਅਤੇ ਇਸ ਤਰ੍ਹਾਂ ਪ੍ਰਣ ਵੀ ਟੁੱਟ ਜਾਏਗਾ ਅਤੇ ਅਜ਼ਮਤ ਵੀ ਘਟ ਜਾਏਗੀ। ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੇ ਕਹਿਣ ਤੇ ਇਹ ਸਾਜ਼ਿਸ਼ ਰਚੀ। ਸਾਡਾ ਇਤਿਹਾਸ ਕਹਿੰਦਾ ਹੈ ਕਿ ਉਹ ਸੰਸੇ ਭਰੇ ਚਿੱਤ ਮਹਿਲਾਂ ਨੂੰ ਆਇਆ, ਰਾਣੀ ਨੂੰ ਸਾਰਾ ਬਿਰਤਾਂਤ ਦੱਸਿਆ। ਰਾਣੀ ਨੂੰ ਮੋਟੇ ਮੈਲੇ ਕੱਪੜੇ ਪਹਿਨਾ ਕੇ ਇੱਕ ਪਾਸੇ ਬਿਠਲਾ ਦਿੱਤਾ ਅਤੇ ਗੋਲੀਆਂ ਨੂੰ ਰਾਣੀ ਵਾਲੇ ਕੱਪੜੇ ਪਵਾ ਕੇ ਇੱਕ ਥਾਵੇਂ ਖੜਾ ਕਰ ਦਿੱਤਾ।
ਆਪੂ ਜੈ ਸਿੰਘ ਨੇ ਆ ਕੇ ਗੁਰੂ ਜੀ ਪਾਸ ਮਹਿਲਾਂ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ। 8ਵੇਂ ਪਾਤਸ਼ਾਹ ਨੇ ਉਸ ਸਮੇਂ ਕੋਲ ਬੈਠੇ ਸਿੱਖ ਨੂੰ ਕਿਹਾ ਕਿ ਰਾਜਾ ਮਨ ਦੀ ਕੁਮਤ ਵਿੱਚ ਪਰੋਤਾ ਕਿਸੇ ਆਖੇ ਅੰਤ ਲੈਣਾ ਚਾਹੁੰਦਾ ਹੈ। ਲੇਤ ਅੰਤ ਮਨ ਕੁਮਤ ਪਰੋਏ ਖੁਸ਼ਾਮਦੀ ਹੈ, ਘੱਟ ਸਮਝ ਰੱਖਦਾ ਹੈ ਤੇ ਔਰੰਗਜ਼ੇਬ ਤੋਂ ਡਰ ਕੇ ਇਹ ਸਭ ਕੁਝ ਕਰ ਰਿਹਾ ਹੈ। ਅਸੀਂ ਤਾਂ ਪ੍ਰੇਮ ਦੇ ਬੱਧੇ ਆਏ ਸਾਂ, ਪਰ ਇਹ ਕਿਹੜੇ ਭੈੜੇ ਪਾਸੇ ਤੁਰ ਪਿਆ ਹੈ। ਅਬ ਕਿਮ ਠਤਿਤ ਕੁਮਤ ਵਿੱਚ ਲਾਏ, ਇਸ ਨੂੰ ਮਾਇਆ ਨੇ ਭਰਮਾ ਲਿਆ ਹੈ। ਚਾਹੀਦਾ ਤਾਂ ਇਹ ਸੀ ਕਿ ਇਹ ਸੇਵਾ ਵਿੱਚ ਲੱਗਦਾ, ਹੰਕਾਰ ਨੂੰ ਤਿਆਗ ਸੰਗਤ ਕਰਦਾ, ਭਾਣੇ ਵਿੱਚ ਰਹਿ ਆਨੰਦ ਮਾਣਦਾ, ਵਾਹਿਗੁਰੂ ਦੇ ਸਿਮਰਨ ਵਿੱਚ ਦਿਨ ਗੁਜ਼ਾਰਦਾ, ਪਰ ਇੰਜ ਪ੍ਰਤੀਤ ਹੁੰਦਾ ਹੈ ਕਿ ਇਸ ਦੀ ਬੁੱਧੀ ਪਾਪਾਂ ਨੇ ਹਿਰ ਲਈ ਹੈ। ਅਸ਼ਟਮ ਬਲਬੀਰਾ ਨੇ ਫਿਰ ਕਾਮਲ ਅਤੇ ਕਮਾਲ ਦੇ ਬਚਨ ਆਖੇ, ਜੋ ਜੈ ਸਿੰਘ ਦਾ ਸਮੁੱਚਾ ਚਲਣ ਹੀ ਪ੍ਰਗਟਾ ਜਾਂਦੇ ਹਨ। ਮਹਾਰਾਜ ਨੇ ਕਿਹਾ, ਇਹ ਮੰਦਮਤੀ ਲੰਮੀ ਨਜ਼ਰ ਵਾਲਾ ਨਹੀਂ ਹੈ, ਨਹਿ ਦੀਰਘਦਰਸ਼ੀ ਮਤਮੰਦ, ਇਹ ਅੰਮ੍ਰਿਤ ਛੱਡ ਕੇ ਜ਼ਹਿਰ ਵਿਹਾਜ ਰਿਹਾ ਹੈ। ਕਲਪ ਬਿਰਸ਼ ਦੀ ਥਾਵੇਂ ਕਿੱਕਰ ਪਿਆ ਲੋੜਦਾ ਹੈ, ਹੀਰੇ ਨੂੰ ਹੱਥੋਂ ਛੱਡ ਕੇ ਕੱਚ ਲੈਣਾ ਚਾਹੁੰਦਾ ਹੈ। ਇਹ ਕਿਉਂ ਭੁੱਲ ਰਿਹਾ ਹੈ ਕਿ ਕਰਾਮਾਤਾਂ ਦਿਖਾਉਣਾ, ਲੋਕਾਂ ਨੂੰ ਭਰਮਾਉਣਾ ਗੁਰੂ ਮਾਰਗ ਨਹੀਂ ਹੈ। ਨਾਟਕ ਚੇਟਕ ਵਿਖਾ ਕੇ ਲੋਕਾਂ ਨੂੰ ਭਲੇ ਰਾਹ ਤੋਂ ਭੁਲਾਉਣਾ ਹੈ। ਕਰਾਮਾਤਾਂ ਕਰਨ ਵਾਲਾ ਅਤੇ ਦੇਖਣ ਵਾਲਾ ਦੋਵੇਂ ਹੀ ਭੁੱਲੇ ਫਿਰਦੇ ਹਨ। ਕਿਤਨੇ ਜੁਰਤ ਅਤੇ ਇਤਿਹਾਸਿਕ ਸੱਚ ਦੇ ਬੋਲ ਗੁਰੂ ਸੂਰੇ ਨੇ ਕਹੇ ਸਨ। ਇਸੇ ਜੈ ਸਿੰਘ ਨੇ ਔਰੰਗਜ਼ੇਬ ਵੱਲੋਂ ਬੇਰੁਖੀ ਦਿਖਾਉਣ ਵੇਲੇ ਕਿਹਾ ਸੀ, ਜੇ ਮੈਂ ਇਤਨੀ ਪ੍ਰਭੂ ਦੀ ਸੇਵਾ ਕੀਤੀ ਹੁੰਦੀ ਜਿੰਨੀ ਔਰੰਗਜ਼ੇਬ ਦੀ, ਤਾਂ ਖੁਦਾ ਜੰਨਤ ਨਸੀਬ ਕਰਦਾ। ਇਹ ਮੈਨੂੰ ਜਿੰਦਾ ਹੀ ਨਰਕ ਸਾੜ ਰਿਹਾ ਹੈ। ਨਿਕਟੀ ਸਿੱਖਾਂ ਜਦ ਜੈ ਸਿੰਘ ਦਾ ਆਉਣਾ ਦੱਸਿਆ ਤਾਂ ਆਪ ਜੀ ਵਿਸ਼ਰਾਮ ਕਰਨ ਚਲੇ ਗਏ। ਦਰਵਾਜ਼ਾ ਬੰਦ ਕਰਵਾ ਦਿੱਤਾ। ਇਸ ਨੇ ਅਰਜ਼ੋਈ ਕੀਤੀ ਤਾਂ ਮਹਾਰਾਜ ਨੇ ਖੋਲ੍ਹਣ ਦਾ ਹੁਕਮ ਕੀਤਾ। ਜਦ ਉਸ ਮਹਿਲਾਂ ਵਿੱਚ ਜਾਣ ਦੀ ਬੇਨਤੀ ਕੀਤੀ ਤਾਂ ਗੁਰੂ ਹਰਿਕ੍ਰਿਸ਼ਨ ਜੀ ਇਹ ਬਚਨ, ਜਿਸ ਵਸਤੂ ਨੂੰ ਸੰਤ ਗੁਰੂ ਛੁਪਾਉਣਾ ਚਾਹੁੰਦੇ ਹਨ, ਲੋਕੀ ਉਸ ਨੂੰ ਪ੍ਰਗਟ ਕਰਨਾ ਲੋੜਦੇ ਹਨ, ਦੂਜੇ ਦੀ ਰਾਸ ਦੇਖਣਾ ਚਾਹੁੰਦੇ ਹਨ, ਆਖ ਕੇ ਨਾਲ ਚੱਲ ਪਏ। ਮਹਿਲਾਂ ਵਿੱਚ ਪੁੱਜ ਕੇ ਛੜੀ ਸਿੱਧੀ ਪਟਰਾਣੀ ਦੇ ਸਿਰ ਤੇ ਰੱਖੀ ਅਤੇ ਵਾਪਸ ਹੋ ਪਏ। ਰਾਣੀ ਨੇ ਚਰਨ ਪਕੜੇ ਅਤੇ ਜੋ ਬਚਨ ਉੱਥੇ ਉਸ ਵੇਲੇ ਗੁਰੂ ਪਾਤਸ਼ਾਹ ਨੇ ਕਹੇ, ਉਹ ਵੀ ਪ੍ਰਗਟਾਉਂਦੇ ਹਨ ਕਿ ਇਹ ਇੱਕ ਸਾਜ਼ਿਸ਼ ਸੀ, ਜਿਸ ਦਾ ਪਾਜ ਗੁਰੂ ਜੀ ਨੇ ਖੋਲ੍ਹ ਦਿੱਤਾ। ਦੀਨ ਦੁਗਣੀ ਦੇ ਪਾਤਸ਼ਾਹ ਨੇ ਕਿਹਾ, ਪਟਰਾਣੀ ਹੋ ਕੇ ਤੈਨੂੰ ਕਪਟ ਕਰਨ ਦੀ ਕੀ ਲੋੜ ਸੀ? ਮਹਾਰਾਜ ਕੀ ਤੂੰ ਪਟਰਾਣੀ, ਕਹਾਂ ਕਪਟ ਕਰੀਬੇ ਬਿਦ ਠਾਣੀ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਰਚਿਤ ਗਿਆਨੀ ਗਿਆਨ ਸਿੰਘ ਅਨੁਸਾਰ ਇਹ ਹੀ ਫਰਮਾਇਆ ਕਿ ਛਲ ਦਾ ਵੇਸ਼ ਧਾਰ ਕੇ ਤੂੰ ਕਿੱਥੇ ਨੌਕਰਾਣੀਆਂ ਵਿੱਚ ਬੈਠੀ ਹੈ, ਬੇਸ ਕਪਟ ਧਰ ਕਹਾਂ ਥੇ ਰਾਣੀ। ਮਹਾਰਾਜ ਨੇ ਵੀ ਇਹ ਕਹਿ ਦਿੱਤਾ ਕਿ ਇਹ ਕਪਟ ਦਾ ਸਿੱਟਾ ਕੋਈ ਚੰਗਾ ਨਹੀਂ ਨਿਕਲਣ ਲੱਗਾ। ਕਨ੍ਹਈਆ ਲਾਲ ਨੇ ਤਵਾਰੀਖੇ ਪੰਜਾਬ ਵਿੱਚ ਇਹ ਹੀ ਲਿਖਿਆ ਹੈ ਕਿ ਰਾਜਾ ਨੂੰ ਸੰਬੋਧਨ ਕਰਦੇ ਹੋਏ ਗੁੱਸਾ ਮਨਾਇਆ ਕਿ ਉਸ ਅਜਿਹੀ ਕਾਰਵਾਈ ਕਿਉਂ ਕੀਤੀ। ਇਹ ਵੀ ਕਨ੍ਹਈਆ ਲਾਲ ਨੇ ਲਿਖਿਆ ਹੈ ਕਿ ਬਾਦਸ਼ਾਹ ਦੇ ਹੁਕਮ ਅਨੁਸਾਰ ਰਾਜਾ ਜੈ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੁਰੂ ਜੀ ਬਾਦਸ਼ਾਹ ਨਾਲ ਮੁਲਾਕਾਤ ਕਰਨ, ਪਰ ਗੁਰੂ ਜੀ ਨੇ ਸਾਫ਼ ਕਿਹਾ ਸੀ ਕਿ ਉਹ ਬਾਦਸ਼ਾਹ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ। ਰਾਜਾ ਜੈ ਸਿੰਘ ਨੂੰ ਖਾਸ ਤੌਰ ਤੇ ਸੰਬੋਧਨ ਕਰਕੇ ਕਿਹਾ, ਰਾਜਨ ਲੋੜ ਕੇਵਲ ਮਨ ਇਕਾਗਰ ਕਰਨ ਦੀ ਹੈ। ਉਹਨਾਂ ਨੂੰ ਗੁਰੂ ਨਾਨਕ ਜੀ ਅਨੰਤ ਸੁੱਖ ਦਿੰਦੇ ਹਨ। ਜੋ ਮਨ ਚਿੱਤ ਇੱਕ ਅਰਾਧਤੇ ਹਨ, ਹਲਤ ਪਲਤ ਦੋਵੇਂ ਸੰਵਰ ਜਾਂਦੇ ਹਨ। ਜਿਨ੍ਹਾਂ ਦੇ ਮਨ ਵਿੱਚ ਸੰਸ਼ੇ ਹਨ, ਅਸ਼ਰਧਾ ਹੈ, ਆਪੇ ਵਿੱਚ ਹੀ ਮਸਤ ਹਨ, ਹੰਕਾਰ ਦੀ ਟੀਸੀ ਤੇ ਚੜੇ ਰਹਿੰਦੇ ਹਨ, ਉਹ ਉਸ ਟਿੱਬੇ ਨਿਆਈ ਹਨ ਜਿਨ੍ਹਾਂ ਤੇ ਪ੍ਰੇਮ ਰੂਪੀ ਜਲ ਨਹੀਂ ਟਿਕਦਾ। ਰਾਜਾ ਰਾਣੀ ਬਹੁਤ ਹੀ ਸ਼ਰਮਸ਼ਾਰ ਹੋਏ। ਔਰੰਗਜ਼ੇਬ ਨੂੰ ਰਾਜਾ ਜੈ ਸਿੰਘ ਨੇ ਸਾਰਾ ਬਿਰਤਾਂਤ ਜਦ ਦੱਸਿਆ ਤਾਂ ਉਸ ਵੀ ਨੀਵੀਂ ਪਾ ਲਈ। ਔਰੰਗਜ਼ੇਬ ਨੇ ਆਪਣੇ ਛੋਟੇ ਪੁੱਤਰ ਨੂੰ ਗੁਰੂ ਦਰਬਾਰ ਭੇਜਿਆ। ਸ਼ਹਿਜ਼ਾਦਾ ਗੁਰੂ ਘਰ ਦਾ ਸ਼ਾਹੀ ਠਾਠ, ਪ੍ਰਭਾ ਸੰਗਤਾਂ ਦੀ ਸ਼ਰਧਾ, ਸਵਾਰਾਂ ਦਾ ਤਤਪਰ ਖੜੇ ਰਹਿਣਾ, ਲੰਗਰ ਲੱਗੇ, ਅਮੀਰ ਗਰੀਬ ਦਾ ਇੱਕੋ ਜਿਹਾ ਸਨਮਾਨ, ਰੂਹਾਨੀ ਵਾਤਾਵਰਨ ਅਤੇ ਚਾਰੋਂ ਪਾਸਿਓਂ ਨੂਰ ਖਿੜਦਾ ਦੇਖ ਅਚੰਭਿਤ ਹੀ ਰਹਿ ਗਿਆ। ਮਹਾਰਾਜ ਨੇ ਪੂਰਾ ਆਦਰ ਦਿੱਤਾ। ਸ਼ਹਿਜ਼ਾਦੇ ਨੇ ਮੌਕਾ ਸੰਭਾਲ ਕਿਹਾ ਕਿ ਕੋਈ ਹਰਜ ਹੈ ਜੇ ਤੁਸੀਂ ਵੀ ਸ਼ਾਹ ਪਾਸ ਚੱਲੋ, ਤਾਂ ਆਪ ਜੀ ਨੇ ਕਿਹਾ ਕਿ ਨਾ ਜਾਣ ਦਾ ਕਾਰਨ ਪਹਿਲਾਂ ਹੀ ਦੱਸ ਚੁੱਕੇ ਹਾਂ। ਔਰੰਗਜ਼ੇਬ ਜ਼ੁਲਮੀ ਰਾਜ ਕਮਾ ਰਿਹਾ ਹੈ। ਜਦ ਉੱਥੋਂ ਕੋਈ ਪੱਤਰ ਬਾਦਸ਼ਾਹ ਵੱਲ ਲਿਖਣ ਲਈ ਕਿਹਾ ਤਾਂ ਆਪ ਜੀ ਨੇ ਵਾਸਤਵਿਕ ਵਿੱਚ ਸਿੱਖ ਇਤਿਹਾਸ ਦਾ ਪਹਿਲਾ ਜ਼ਫ਼ਰਨਾਮਾ ਲਿਖਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਜਾਂ ਮੁਰਦਾ ਪਕੜ ਲਿਆਉਣ ਦਾ ਫਰਮਾਨ ਔਰੰਗਾਬਾਦ ਤੋਂ ਔਰੰਗਜ਼ੇਬ ਨੇ ਹੀ ਕੱਢਿਆ ਸੀ ਅਤੇ ਮੁਖਲਈਆ ਚੜ੍ਹ ਆਇਆ ਸੀ। ਮਹਾਰਾਜ ਨੇ ਜ਼ਫ਼ਰਨਾਮੇ ਵਿੱਚ ਜਿੱਥੇ ਹੋਰ ਬਚਨ ਲਿਖੇ ਸਨ, ਇੱਕ ਇਹ ਵੀ ਲਿਖਿਆ ਸੀ ਕਿ ਤੂੰ 1000 ਕੋਸ਼ਿਸ਼ ਕੀਤੀ ਹੱਥ ਪਾਉਣ ਦੀ, ਪਰ ਦੇਖ ਅੱਲਾ ਦਾ ਮੁਅੱਜਾ
ਕਿ ਨਾ ਮੇਰੇ ਸਰੀਰ ਨੂੰ ਰਤਾ ਕੁ ਝਰੀਟ ਆਈ ਅਤੇ ਨਾ ਹੀ ਮੇਰਾ ਵਾਲ ਵਿੰਗਾ ਹੋਇਆ। ਨਾ ਪੇਚੀਦ ਮੂਏ ਨਾ ਰੰਜੀਦਾ ਤਨ। ਅੱਜ ਲੱਖ ਕੋਸ਼ਿਸ਼ ਹੋ ਰਹੀ ਹੈ ਕਿ ਗੁਰੂ ਹਰਕ੍ਰਿਸ਼ਨ ਨੂੰ ਦਰਬਾਰ ਹਾਜ਼ਰ ਕੀਤਾ ਜਾਏ। ਸਾਜ਼ਿਸ਼ਾਂ, ਮਨਸੂਬੇ, ਚਾਲਾਂ, ਤਰਲੇ ਕੀਤੇ ਗਏ, ਪਰ ਗੁਰੂ ਜੀ ਦ੍ਰਿੜ ਚਿੱਤ ਰਹੇ ਅਤੇ ਫਾਰਸੀ ਅੱਖਰ ਵਿੱਚ ਗੁਰੂ ਜੀ ਨੇ ਮਾਂਝ ਕੀ ਵਾਰ ਦਾ ਗੁਰੂ ਨਾਨਕ ਦੇਵ ਜੀ ਦਾ ਇੱਕ ਸਲੋਕ ਹੱਥੀਂ ਲਿਖ ਭੇਜਿਆ। ਇਹ ਸਲੋਕ ਅਤੇ ਇਸੇ ਵਾਰ ਵਿੱਚ ਲਿਖੇ ਪਹਿਲੇ ਸ਼ਲੋਕ ਦੇ ਭਾਵ ਅਰਥ ਪੜ੍ਹਨ ਨਾਲ ਇਸ ਲਿਖੇ ਜ਼ਫਰਨਾਮੇ ਦੀ ਮਹੱਤਤਾ ਦਾ ਪਤਾ ਲੱਗ ਜਾਏਗਾ। ਪਹਿਲੇ ਸ਼ਲੋਕ ਦਾ ਸਾਰ ਹੈ, ਉਹ ਹੀ ਮਨੁੱਖ ਜਿਉਂਦਾ ਗਿਣਨਾ ਚਾਹੀਦਾ ਹੈ ਜਿਸ ਵਿੱਚ ਅੱਲਾ ਦੀ ਯਾਦ ਹੈ। ਬੰਦਗੀ ਵਾਲੇ ਤੋਂ ਬਿਨਾਂ ਕਿਸੇ ਨੂੰ ਜਿਉਂਦਾ ਨਾ ਆਖੋ। ਜੇ ਉਹ ਸਾਹ ਵੀ ਲੈ ਰਿਹਾ ਹੈ ਤਾਂ ਇੱਜ਼ਤ ਪੱਤ ਗਵਾ ਕੇ। ਜੋ ਕੁਝ ਖਾ ਹੰਢਾ ਰਿਹਾ ਹੈ ਸਭ ਹਰਾਮ ਹੈ। ਜਿਸ ਦਾ ਕੇਵਲ ਰਾਜ ਵਿੱਚ ਹੀ ਪਿਆਰ ਹੈ, ਮਾਲ ਵਿੱਚ ਮੋਹ ਹੈ, ਉਹ ਇਸ ਮੋਹ ਵਿੱਚ ਮਸਤਿਆ ਬੇਸ਼ਰਮ ਹੋ ਕੇ ਨੱਚਦਾ ਹੈ, ਮਰਦਾ ਹੈ, ਆਕੜਦਾ ਹੈ। ਖੁਦਾ ਦੀ ਯਾਦ ਤੋਂ ਸਖਣਾ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ, ਇੱਜ਼ਤ ਗਵਾ ਕੇ ਇੱਥੋਂ ਜਾਂਦਾ ਹੈ। ਲਿਖੇ ਸ਼ਲੋਕ ਦਾ ਭਾਵ ਸੀ, ਜੇ ਪਾਕ ਅੱਲਾ ਹਿਰਦੇ ਵਿੱਚ ਨਹੀਂ ਵਸਦਾ ਤਾਂ ਖਾਣ ਤੇ ਹੰਢਾਉਣ ਦਾ ਕੀ ਸਵਾਦ। ਕੀ ਹੋਇਆ ਜੇ ਮੇਵੇ, ਘਿਓ, ਮਿੱਠਾ ਗੁੜ, ਮੈਦਾ ਅਤੇ ਮਾਸ ਵਰਤਿਆ। ਕੀ ਹੋਇਆ ਜੇ ਸੋਹਣੇ ਕੱਪੜੇ ਅਤੇ ਆਰਾਮ ਦੇ ਸੇਜ ਮਿਲ ਗਏ ਅਤੇ ਮੌਜਾਂ ਮਾਣ ਲਈਆਂ। ਤਾਂ ਕੀ ਬਣ ਗਿਆ ਜੇ ਫੌਜ, ਚੌਬਦਾਰ, ਚੋਰ, ਬਰਦਾਰ ਮਿਲ ਗਏ ਅਤੇ ਮਹਿਲਾਂ ਵਿੱਚ ਵਸਣਾ ਨਸੀਬ ਹੋਇਆ। ਸਭ ਵਿਅਰਥ ਹੈ, ਫਜ਼ੂਲ ਹੈ। ਅੱਲਾ ਦੇ ਨਾਮ ਬਿਨ ਸਭ ਪਦਾਰਥ ਨਾਸ਼ਵੰਤ ਹਨ। ਮਹਿਲਾ ਪਹਿਲਾ। ਕਿਆ ਖਾਧੇ ਕੀਆ ਪੈਦੇ ਹੋਏ, ਜਾ ਮਨ ਨਾ ਹੀ ਸੱਚਾ ਸੋਏ। ਕਿਆ ਮੇਵਾ, ਕਿਆ ਘਿਓ ਗੁੜ ਮਿੱਠਾ, ਕਿਆ ਮੈਦੇ, ਕਿਆ ਮਾਸ, ਕਿਆ ਕਪੜਾ ਕੀਆ ਸੇਜ ਸੁਖਾਲੀ, ਕੀਜੈ ਭੋਗ ਵਿਲਾਸ। ਕੀਆ ਲਸ਼ਕਰ, ਕੀਆ ਨੇਬ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਸ਼ਹਿਜ਼ਾਦੇ ਨੂੰ ਇਹ ਵੀ ਕਿਹਾ ਕਿ ਪਿਤਾ ਨੂੰ ਕਹਿਣਾ ਕਿ ਭਲੇ ਪੁਰਸ਼ਾਂ ਨਾਲ ਅੜਨਾ ਨਹੀਂ ਸੋਭਦਾ। ਸਾਧਕਾਂ ਦਾ ਕਿਹਾ ਸਗੋਂ ਸਹਾਰਨਾ ਚਾਹੀਦਾ ਹੈ। ਸਿੱਖ ਇਤਿਹਾਸ ਦਾ ਕਹਿਣਾ ਹੈ ਕਿ ਹੋਰ ਤਾਂ ਪਤਾ ਨਹੀਂ ਉਸ ਕੀਤਾ ਜਾਂ ਨਾ, ਪਰ ਉਸ ਦਿਨ ਤੋਂ ਹੱਥੀਂ ਕੰਮਕਾਰ ਕਰਕੇ ਰੋਟੀ ਕਮਾ ਖਾਂਦਾ ਰਿਹਾ। ਪੁੰਨ ਉਸੀ ਦਿਨ ਤੈਂ ਮਜ਼ਦੂਰੀ ਕਰੇ ਖਾਵੇ ਤਾਮ ਹੈ। ਪਹਿਲਾਂ ਮਿਰਜ਼ਾ ਰਾਜਾ ਨੇ, ਫਿਰ ਸ਼ਹਿਜ਼ਾਦੇ ਨੇ ਗੁਰੂ ਦੀ ਅਜ਼ਮਤ ਦਰਸਾਈ ਅਤੇ ਚਿੱਠੀ ਲਿਖ ਦਿੱਤੀ ਤਾਂ ਔਰੰਗਜ਼ੇਬ ਨੇ ਪੱਕਾ ਮਨ ਬਣਾਇਆ ਕਿ ਕੁਝ ਵੀ ਹੋਵੇ ਐਸੇ ਬਜ਼ੁਰਗ ਦਾ ਕਰੋ ਦੀਦਾਰੀ। ਇੱਧਰ ਸਾਹਿਬ ਦਾ ਪ੍ਰਾਣ ਕਿ ਤੁਰਕ ਦੇ ਮੱਥੇ ਨਹੀਂ ਲੱਗਣਾ ਅਤੇ ਬੰਸਾਵਾਲੀ ਨਾਮੇ ਅਨੁਸਾਰ ਔਰੰਗੇ ਲਈ ਹੋਈ ਖੇਡ ਉਹ ਨਾ ਛੱਡਣ। ਅਚਾਨਕ ਔਰੰਗਜ਼ੇਬ ਬੰਗਲਾ ਸਾਹਿਬ ਇੱਕ ਦਿਨ ਸਵੇਰੇ ਤੜਕਸਾਰ ਹੀ ਆਪੂ ਚੱਲ ਕੇ ਆ ਗਿਆ। ਗੁਰੂ ਜੀ ਨੂੰ ਜਦ ਖਬਰ ਹੋਈ ਤਾਂ ਸਾਹਿਬ ਨੇ ਯਕਦਮ ਦਰਵਾਜ਼ਾ ਬੰਦ ਕਰਵਾ ਦਿੱਤਾ। ਇਹ ਵੀ ਫਰਮਾ ਦਿੱਤਾ ਸੀ ਕਿ ਜੇ ਸੀਸ ਵੀ ਦੇਣਾ ਪਵੇ ਤਾਂ ਉਹ ਦੇ ਦੇਣਗੇ। ਅੰਦਰੋਂ ਦਰਗਾਹ ਮੱਲ ਨੇ ਆ ਕੇ ਗੁਰੂ ਜੀ ਦਾ ਪ੍ਰਣ ਅਤੇ ਹੁਕਮ ਸੁਣਾਇਆ ਕਿ ਉਹ ਕਿਸੇ ਸੂਰਤ ਦਰਸ਼ਨ ਨਹੀਂ ਦੇਣ ਲੱਗੇ। ਔਰੰਗਜ਼ੇਬ ਦੀ ਅਰਜ਼ੋਈ ਫਿਰ ਦਰਗਾਹ ਮੱਲ ਨੇ ਪੁਜਾਈ ਕਿ ਉਹ ਕਹਿੰਦਾ ਹੈ, ਮੈਂ ਦੇਖਣ ਦੀ ਹੀ ਚਾਹ, ਹੋਰ ਨਹੀਂ ਕਿਛ, ਆਖਣ ਸੁਣਨ ਕੀ ਮਨ ਮਹਿਰਾ। ਦਰਗਾਹ ਮੱਲ ਨੇ ਫਿਰ ਹੁਕਮ ਸੁਣਾਇਆ ਕਿ ਗੁਰੂ ਜੀ ਕੋਈ ਗੱਲ ਨਹੀਂ ਸੁਣਦੇ। ਇਸ ਤਰ੍ਹਾਂ ਤਕਰੀਬਨ ਅੱਧੀ ਘੜੀ ਔਰੰਗਜ਼ੇਬ ਬਾਹਰ ਮੂਹਰੇ ਹੀ ਖੜਾ ਰਿਹਾ। ਜਵਾਬ ਸਵਾਲ ਵਿੱਚ ਦਰਗਾਹ ਮੱਲ ਪਾਇਆ। ਅੱਧੀ ਘੜੀ ਬੂਹੇ ਤੇ ਔਰੰਗਾ ਖੜਾ ਰਿਹਾ। ਔਰੰਗਜ਼ੇਬ ਇਹ ਹੀ ਆਖੀ ਜਾਏ ਕਿ ਮੇਰੇ ਹੈ ਚਾਹ ਦੀਦਾਰ, ਮੈਂ ਆਪ ਚੱਲ ਆਇਆ ਹਾਂ ਫਕੀਰ ਦਰਬਾਰ। ਇਹ ਹਨ ਅਸ਼ਟਮ ਬਲਬੀਰ ਗੁਰੂ ਹਰਕ੍ਰਿਸ਼ਨ ਜੀ। ਰਾਮ ਰਾਏ ਔਰੰਗਜ਼ੇਬ ਦੀਆਂ ਖੁਸ਼ਾਮਦਾਂ ਕਰਦਾ ਨਹੀਂ ਸੀ ਥੱਕਦਾ ਅਤੇ ਇੱਧਰ ਉਹ ਹੀ ਔਰੰਗਜ਼ੇਬ ਗੁਰੂ ਦੇ ਬੂਹੇ ਬੰਗਲਾ ਸਾਹਿਬ ਅੱਗੇ ਅੱਧੀ ਘੜੀ ਖਲੋ ਤਰਲੇ ਲੈ ਰਿਹਾ ਸੀ ਕਿ ਦੀਦਾਰ ਦੇਵੋ। ਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਦਾਰ ਦੇਣਾ ਤਾਂ ਇੱਕ ਪਾਸੇ ਦਰਵਾਜ਼ਾ ਵੀ ਨਾ ਖੋਲ੍ਹਿਆ। ਭਾਈ ਰਾਮ ਸਿੰਘ ਜੀ ਨੇ ਠੀਕ ਲਿਖਿਆ ਹੈ ਕਿ ਭਾਵੇਂ ਕਈ ਕਹਿੰਦੇ ਰਹੇ ਕਿ ਦਰਸ਼ਨ ਦੇਣ ਵਿੱਚ ਕੋਈ ਹਰਜ ਨਹੀਂ, ਪਰ ਤਬ ਸੰਗਤ ਕੈ ਬਚਨ ਸੁਣ, ਕੀਨੋ ਬਾਕ ਅਪਾਰ, ਝੂਠੇ ਕਰਕੇ ਮਾਰਨੇ ਮੂਰਖ ਅੰਧ ਗਵਾਰ। ਪ੍ਰੋਫੈਸਰ ਪੂਰਨ ਸਿੰਘ ਨੇ ਠੀਕ ਲਿਖਿਆ ਹੈ ਕਿ ਅਨੇਕਾਂ ਯਤਨ ਕੀਤੇ ਗਏ, ਵਾਰ-ਵਾਰ ਕਿਹਾ ਗਿਆ, ਪਰ ਗੁਰੂ ਜੀ ਸਦਾ ਨਾ ਮਿਲਣ ਤੇ ਹੀ ਦ੍ਰਿੜ ਰਹੇ। ਜਦ ਗੁਰੂ ਹਰ ਰਾਏ ਜੀ ਜੋਤੀ ਜੋਤ ਸਮਾਏ ਤਾਂ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤਰਾ ਤੇ ਸਨ ਅਤੇ ਜਦ ਉਹਨਾਂ ਨੂੰ ਖਬਰ ਪੁੱਜੀ ਅਤੇ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਹਨ ਤਾਂ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਚੱਲ ਪਏ। ਟਿਕਾਣਾ ਪਹਿਲਾਂ ਧਰਮਸ਼ਾਲਾ ਭਾਈ ਕਲਿਆਣ ਜੀ
ਕੀਤਾ ਅਤੇ ਉੱਥੋਂ ਬੰਗਲਾ ਸਾਹਿਬ ਪੁੱਜੇ। ਪਰਚੌਣੀ ਕੀਤੀ ਅਤੇ 3 ਦਿਨ ਬੰਗਲਾ ਸਾਹਿਬ ਰਹੇ। ਭੱਟ ਵਹੀ ਪੂਰਬ ਦੱਖਣੀ ਅਨੁਸਾਰ ਇਹ ਮੇਲ 21 ਮਾਰਚ 1664 ਨੂੰ ਹੋਇਆ। ਆਪ ਜੀ ਉੱਥੋਂ ਗੁਰੂ ਕੀ ਸਾਖੀਆਂ ਸਾਖੀ 21 ਦੇ ਲਿਖੇ ਅਨੁਸਾਰ ਬਕਾਲਾ ਚਲੇ ਗਏ। ਠੀਕ ਇਸ ਮਿਲਣੀ ਤੋਂ 9 ਦਿਨ ਬਾਅਦ ਗੁਰੂ ਹਰਕ੍ਰਿਸ਼ਨ ਜੀ ਬਾਬਾ ਬਸੇ ਗ੍ਰਾਮ ਬਕਾਲੇ ਦਾ ਹੁਕਮ ਕਰਕੇ ਜੋਤੀ ਜੋਤ ਸਮਾਏ। ਹੁਣ ਇਹ ਸਮਝਣ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਕਿ ਇਹ ਫਰਮਾਉਣਾ ਕਿਤਨਾ ਸਪਸ਼ਟ ਸੀ। ਹਰ ਕੋਈ ਜਾਣ ਗਿਆ ਸੀ ਕਿ ਗੁਰਗੱਦੀ ਗੁਰੂ ਤੇਗ ਬਹਾਦਰ ਨੂੰ ਦੇ ਗਏ ਹਨ ਅਤੇ ਉਹਨਾਂ ਦਾ ਮੇਲ ਅਤੇ 3 ਦਿਨ ਬੰਗਲਾ ਸਾਹਿਬ ਰਹਿਣਾ ਨਿਰਣਾ ਲੈਣ ਵਿੱਚ ਬਹੁਤ ਸਹਾਇਕ ਹੋ ਗਿਆ। ਜੈ ਸਿੰਘ ਦੇ ਮਹਿਲਾਂ ਤੋਂ ਮੁੜਦਿਆਂ ਹੀ ਮਹਾਰਾਜ ਨੇ ਆਗਿਆ ਕੀਤੀ ਸੀ ਕਿ ਹੁਣ ਬੰਗਲਾ ਸਾਹਿਬ ਨਹੀਂ ਰਹਿਣਾ, ਇੱਥੇ ਨਿੱਤ ਨਵੀਆਂ ਸਾਜ਼ਿਸ਼ਾਂ ਹੁੰਦੀਆਂ ਰਹਿਣਗੀਆਂ। ਤਿਆਰੀ ਹੋ ਰਹੀ ਸੀ ਕਿ ਪਹਿਲਾਂ ਸ਼ਹਿਜ਼ਾਦਾ ਅਤੇ ਫਿਰ ਆਪੂ ਔਰੰਗਜ਼ੇਬ ਬੰਗਲਾ ਸਾਹਿਬ ਦੀ ਦਹਿਲੀਜ਼ ਤੇ ਦਰਸ਼ਨਾਂ ਲਈ ਆਣ ਪਹੁੰਚਾ ਅਤੇ ਗੁਰੂ ਤੇਗ ਬਹਾਦਰ ਜੀ ਵੀ ਆ ਗਏ ਸਨ। ਜਦ ਗੁਰੂ ਹਰਕ੍ਰਿਸ਼ਨ ਜੀ ਨੇ ਬੰਗਲਾ ਸਾਹਿਬ ਤੱਜ ਕਿਧਰੇ ਹੋਰ ਟਿਕਾਣੇ ਦੀ ਗੱਲ ਕਹੀ ਤਾਂ ਕਲਿਆਣ ਦੀ ਧਰਮਸ਼ਾਲ ਜਿੱਥੇ ਗੁਰੂ ਤੇਗ ਬਹਾਦਰ ਜੀ ਆਉਂਦਿਆਂ ਟਿਕੇ ਸਨ 10 ਪਾਈ ਤੇ ਆਪ ਜੀ ਨੇ ਉੱਥੇ ਹੀ ਰਹਿਣ ਦਾ ਨਿਰਣਾ ਕਰ ਲਿਆ। ਗੁਰੂ ਜੀ ਨੇ ਕੂਚ ਦਾ ਹੁਕਮ ਕੀਤਾ ਅਤੇ ਕੂਚਾ ਦਿਲਵਾਲੀ ਸਿੰਘ ਅਜਮੇਰੀ ਗੇਟ ਨੇੜੇ ਕਲਿਆਣ ਜੀ ਦੀ ਧਰਮਸ਼ਾਲ ਆਣ ਡੇਰੇ ਕੀਤੇ। ਮਹਾਨ ਕੋਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਇਹ ਥਾਂ ਸੰਭਾਲੀ ਨਹੀਂ ਜਾ ਰਹੀ, ਅਣਗਹਿਲੀ ਕਰਕੇ ਗੁਰਦੁਆਰਾ ਨਹੀਂ ਬਣਿਆ। ਜਿਵੇਂ ਉਸ ਅਸਥਾਨ ਦਾ ਪਤਾ ਥਹੁ ਵੀ ਨਹੀਂ ਲੱਗ ਸਕਿਆ ਜਿੱਥੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਘੋੜਿਆਂ ਨੂੰ ਲੈ ਕੇ ਜਮਨਾ ਕਿਨਾਰੇ ਕੈਂਪ ਲਗਾਇਆ ਸੀ। ਸੂਰਜ ਪ੍ਰਕਾਸ਼ ਦੀ ਰਾਸ ਚੌਥੀ ਅੰਸ਼ 61 ਵਿੱਚ ਸਪਸ਼ਟ ਲਿਖਿਆ ਹੈ, ਚਲੇ ਆਗਰੇ ਤੇ ਸਭ ਆਏ, ਦਿੱਲੀ ਨਗਰ ਪਿਖਿਓ ਸਮਦਾਈ, ਸੁਣਿਓ ਆਸ ਜਹ ਖਰੋ ਉਧਾਰੇ, ਪੰਚ ਕੋਸ ਗੁਰੂ ਤਿਆਗ ਪਧਾਰੇ, ਹਰਿਤ ਤਿਰਨ ਦੇਖਤ ਹਰ ਖਾਈ, ਕਰਿਓ ਸ਼ਿਵਰ ਉਤਰੇ ਸਮੁਦਾਇ, ਅਬਲੋ ਤਿਸ ਥਲ ਚਿੰਨ ਲਖੰਤੇ, ਜਗਾ ਬਿਰਦ ਕੀ ਲੋਕ ਕਹੰਤੇ। ਭਾਵ ਜਦ 6ਵੇਂ ਪਾਤਸ਼ਾਹ ਆਗਰੇ ਤੋਂ ਦਿੱਲੀ ਆਏ ਤਾਂ ਹਰੇ ਘਾਹ ਦੀ ਭਾਲ ਵਿੱਚ ਜਮਨਾ ਕਿਨਾਰੇ ਦਿੱਲੀ ਤੋਂ 6 ਕੁ ਮੀਲ ਹਰਾ ਤਾਜ਼ਾ ਸੁਥਰਾ ਘਾਹ ਦੇਖ ਡੇਰੇ ਕੀਤੇ। ਉਸ ਥਾਂ ਨੂੰ ਬੁੱਢੇ ਕਾ ਸਥਾਨ ਲੋਕੀ ਕਹਿੰਦੇ ਰਹੇ ਹਨ। ਸੂਰਜ ਪ੍ਰਕਾਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਡੇਰਾ ਯੋਗ ਮਾਇਆ ਦੇ ਮੰਦਰ ਜਾ ਕੀਤਾ। ਭੁਲੇਖਾ ਖਾ ਲਿਖਿਆ ਲੱਗਦਾ ਹੈ। ਇਹ ਟਪਲਾ ਤਾਂ ਲੱਗਾ ਕਿਉਂਕਿ ਉੱਥੇ ਅਚਾਨਚੱਕ ਦੀ ਸਮਾਧੀ ਹੈ। ਪ੍ਰਤੀਤ ਇੰਜ ਹੁੰਦਾ ਹੈ ਕਿ ਕਟਰ ਪ੍ਰਸਤੀਏ ਪੁਜਾਰੀ ਨੂੰ ਤੰਗ ਕਰਦੇ ਸਨ ਅਤੇ ਉਸੇ ਦਾ ਡੇਰਾ ਕੁਤਬ ਦੀ ਲਾਟ ਤੋਂ ਉਠਾਉਣਾ ਚਾਹੁੰਦੇ ਸਨ। ਪੁਜਾਰੀ ਇਤਨਾ ਤੰਗ ਆਇਆ ਕਿ ਉਹ ਜਮਨਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਤੇ ਤੁਲ ਆਇਆ। ਗੁਰੂ ਜੀ ਅਚਾਨਕ ਪੁੱਜੇ ਅਤੇ ਉਸ ਨੂੰ ਡਟਣ ਦਾ ਉਪਦੇਸ਼ ਦਿੱਤਾ, ਜ਼ਿੰਦਗੀ ਅਜਾਈ ਗੁਆਉਣ ਤੋਂ ਰੋਕਿਆ। ਫਿਰ ਜੈ ਸਿੰਘ ਨੂੰ ਕਹਿ ਕੇ ਪੁਜਾਰੀ ਨੂੰ ਪੂਜਾ ਦੀ ਖੁੱਲ੍ਹ ਲੈ ਦਿੱਤੀ। ਪੁਜਾਰੀ ਨੇ ਗੁਰੂ ਦੀ ਯਾਦ ਵਿੱਚ ਥੜਾ ਬਣਾ ਲਿਆ ਅਤੇ ਰਵਾਇਤ ਵਿਗੜਦੀ ਕਵੀ ਕੋਲ ਇਸ ਤਰ੍ਹਾਂ ਪੁੱਜੀ ਅਤੇ ਉਹਨਾਂ ਲਿਖ ਦਿੱਤੀ। ਦੂਜਾ ਭੁਲੇਖਾ ਇਹ ਲੱਗਾ ਕਿ ਯੋਗ ਮਾਇਆ ਦੇ ਮੰਦਰ ਨੂੰ ਕਾਲਕਾ ਦਾ ਮੰਦਰ ਸਮਝ ਲਿਆ ਗਿਆ। ਇਹ ਮੰਦਰ ਬੰਗਲਾ ਸਾਹਿਬ ਤੋਂ ਤਕਰੀਬਨ 8 ਮੀਲ ਦੂਰ ਕੁਤਬ ਦੀ ਲਾਠ ਪਾਸ ਹੈ, ਨੇੜੇ ਨਹੀਂ। ਇਹ ਨਾ ਹੀ ਕਾਲਕਾ ਦਾ ਮੰਦਰ ਹੈ ਅਤੇ ਨਾ ਹੀ ਸ਼ੀਤਲਾ ਦਾ। ਨਾ ਹੀ ਸ਼ੀਤਲਾ ਪੂਜੀ ਜਾਂਦੀ ਹੈ ਅਤੇ ਨਾ ਹੀ ਮਾਸ ਸ਼ਰਾਬ ਦਾ ਭੋਗ ਲੱਗਦਾ ਹੈ ਅਤੇ ਨਾ ਹੀ ਕਾਲੀ ਬੜੀ ਵਾਂਗੂ ਕੋਈ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਇੱਥੇ ਫੁੱਲ ਪਤਾਸੇ ਹੀ ਭੇਟ ਹੁੰਦੇ ਹਨ। ਇਸ ਮੰਦਰ ਨੂੰ ਪ੍ਰਿਥੀ ਰਾਜ ਦੇ ਕਿਲੇ ਵਿੱਚ ਅੰਦਰ ਦੇਖਿਆ ਪਤਾ ਲੱਗਦਾ ਹੈ ਕਿ ਇਹ ਕਿਲੇ ਦਾ ਕੋਈ ਅੰਦਰਲਾ ਟਿਕਾਣਾ ਹੈ। ਕਿਲੇ ਦੇ ਖੰਡਰਾਤ ਬਾਹਰ ਦਿਸ ਰਹੇ ਹਨ। ਜਦੋਂ ਪ੍ਰਿਥਵੀ ਰਾਜ ਗੌਰੀ ਹੱਥੋਂ ਮਾਰਿਆ ਗਿਆ ਤਾਂ ਉਸ ਦੀ ਪਤਨੀ ਸੰਜੋਗਤਾ ਸਤੀ ਹੋਈ ਅਤੇ ਉਸ ਦੀ ਬੇਟੀ ਬੇਲਾ ਭੁਆਨੀ ਵੀ ਨਾਲ ਹੀ ਸੜ ਮਰੀ। ਇਹ ਸੰਜੋਗਤਾ ਦੀ ਸਤੀ ਹੋਣ ਦਾ ਟਿਕਾਣਾ ਹੈ। ਪਹਿਲਾਂ ਸੰਜੋਗਤਾ ਮਾਤਾ ਕਰਕੇ ਜਾਣਿਆ ਜਾਂਦਾ ਸੀ, ਫਿਰ ਸੰਜੋਗਤਾ ਮਾਈ ਹੋਇਆ ਅਤੇ ਬਦਲਦਾ ਜੋਗ ਮਾਇਆ ਹੋ ਗਿਆ। ਭਾਈ ਵੀਰ ਸਿੰਘ ਜੀ ਦਾ ਖਿਆਲ ਹੈ ਕਿ ਪੁਜਾਰੀਆਂ ਇਸ ਦਾ ਪੁਰਾਤਨ ਬਣਾਉਣ ਲਈ ਜੋਗ ਮਾਇਆ ਜਸ਼ੋਦਾ ਦੀ ਬੇਟੀ ਕ੍ਰਿਸ਼ਨ ਦੀ ਭੈਣ ਦਾ ਟਿਕਾਣਾ ਪ੍ਰਸਿੱਧ ਕਰ ਦਿੱਤਾ। ਇਹ ਜੋਗ ਮਾਇਆ ਕੰਸ ਦੇ ਮਾਰਿਆਂ ਬਿਜਲੀ ਬਣ ਗਈ ਅਤੇ ਜਿਸ ਦੇ ਪੈਰ ਮੁਗਲ ਸਰਾਏ ਪਾਸ ਢੱਠੇ ਅਤੇ ਥੜਾ ਇੱਥੇ ਆ ਡਿੱਗਾ। ਜਦ ਪਾਂਡਵ ਇੰਦਰ ਪ੍ਰਸਤ ਬਣਾਉਣ ਲੱਗੇ ਤਾਂ ਕ੍ਰਿਸ਼ਨ ਜੀ ਨੇ ਇਹ ਪਤਾ ਦਿੱਤਾ ਅਤੇ ਇਹ ਮੰਦਰ ਬਣਵਾਇਆ। ਪਰ ਜੋ ਮੰਦਰ ਹੁਣ ਖੜਾ ਦਿਸ ਰਿਹਾ ਹੈ ਇਹ 1827 ਈਸਵੀ ਨੂੰ ਬਣਿਆ ਸੀ। ਇਹ ਸਭ ਵਿਸਥਾਰ ਇਸ ਲਈ ਦਿੱਤਾ ਹੈ ਤਾਂ ਕਿ ਕੋਈ ਭੁਲੇਖਾ ਪਿਆ ਨਾ ਰਹੇ। ਗੁਰੂ ਜੀ ਧਰਮਸ਼ਾਲ ਭਾਈ ਕਲਿਆਣ ਹੀ ਆਏ। ਭਾਗ 8ਵਾਂ ਪੁੰਨ ਤੇਗ ਬਹਾਦਰ ਪੈਸ਼ਾ ਬਸ਼ਾਈ। ਭਾਈ ਕਲਿਆਣਾ ਜੀ
ਦੀ ਧਰਮਸ਼ਾਲ ਪੁੱਜ ਕੇ ਖੇਚਲਾਂ ਬਹੁਤ ਵੱਧ ਗਈਆਂ। ਇਹ ਧਰਮਸ਼ਾਲ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਦੁਖੀ, ਰੋਗੀ, ਭੁੱਖੇ ਧਿਆਏ ਅਤੇ ਲੋੜਵੰਦਾਂ ਦੀ ਭੀੜ ਇਤਨੀ ਵੱਧ ਗਈ ਕਿ ਗੁਰੂ ਜੀ ਨਾ ਦਿਨੇ ਆਰਾਮ ਨਾ ਰਾਤੀ। ਗੁਰੂ ਜੀ ਵੀ ਪਰਉਪਕਾਰ ਹਿੱਤ ਦਿਨ ਰਾਤ ਇੱਕ ਕਰਕੇ ਹਰ ਇੱਕ ਦਾ ਦਰਦ ਵੰਡਾਉਂਦੇ। ਮਹੇਸ਼ਵਰ ਦਿਆਲ ਨੇ ਖੂਬ ਲਿਖਿਆ ਹੈ ਕਿ ਸਾਰਾ ਦਿਨ ਗੁਰੂ ਜੀ ਇੱਕ ਥਾਂ ਤੋਂ ਦੂਜੀ ਥਾਂ ਜਿੱਥੇ ਵੀ ਦੁਖੀ ਸੁਣਦੇ ਪੁੱਜਦੇ, ਉਹਨਾਂ ਦੀ ਛੂਹ ਅਤੇ ਦ੍ਰਿਸ਼ਟੀ ਮਾਤਰ ਹੀ ਸਭਨਾਂ ਨੂੰ ਅਰੋਗ ਕਰ ਦਿੰਦੀ। ਗ੍ਰੀਨ ਲੀਜ਼ ਵੀ ਇਹ ਹੀ ਕਹਿੰਦਾ ਹੈ ਕਿ ਭਿਆਨਕ ਰੋਗ ਨੂੰ ਕੁਝ ਬਚਨ ਬੋਲ ਅਤੇ ਦ੍ਰਿਸ਼ਟ ਮਾਤਰ ਰੋਗੀ ਤੇ ਪਾ ਕੇ ਦੂਰ ਕਰ ਦਿੰਦੇ ਸਨ। ਲੰਗਰ ਗਲੀ ਗਲੀ ਲਗਾ ਦਿੱਤੇ, ਸਵੱਛ ਜਲ ਦਾ ਪ੍ਰਬੰਧ ਕਰਾਇਆ ਅਤੇ ਜਿੱਥੇ ਵੀ ਦਵਾ ਦਾਰੂ ਦੀ ਲੋੜ ਪੈਂਦੀ ਆਪ ਜੀ ਪੁੱਜਦੇ। ਲੋਕੀ ਕੇਵਲ ਦਰਸ਼ਨਾਂ ਦੀ ਖਾਹਿਸ਼ ਨਾਲ ਉੱਥੇ ਪੁੱਜਦੇ ਅਤੇ ਸਭ ਦੁੱਖ ਦੂਰ ਵਾਪਸ ਕਰ ਮੁੜਦੇ। ਸਵੇਰ ਅਤੇ ਸ਼ਾਮ ਦੀਵਾਨ ਸੱਜਦੇ। ਲੋਕੀ ਸੱਚਾ ਪਾਤਸ਼ਾਹ ਕਹਿ ਸਿਰ ਝੁਕਾਉਂਦੇ। ਮੁਸਲਮਾਨ ਬਾਲਾ ਪੀਰ ਆਖ ਸਿਜਦਾ ਕਰਦੇ। ਜਦ ਕੋਈ ਆਖਦਾ ਕਿ ਬਾਬਾ ਰਾਮ ਰਾਏ ਬਹੁਤ ਹੀ ਕੌੜੇ ਵਚਨ ਬੋਲ ਰਹੇ ਹਨ ਤਾਂ ਧੀਰਜ ਦੀ ਮੂਰਤ ਗੁਰੂ ਹਰਿਕ੍ਰਿਸ਼ਨ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਫਰਮਾਇਆ, ਰਾਮ ਰਾਏ ਜੀ ਅਕਾਰਨ ਹੀ ਵੈਰ ਵਧਾ ਰਹੇ ਹਨ। ਉਹ ਕਿਉਂ ਭੁੱਲ ਜਾਂਦੇ ਹਨ ਕਿ ਕਰਤਾਰ ਦਾ ਭਾਣਾ ਟਲ ਹੈ, ਕਿਸੇ ਦੇ ਰੋਕਿਆਂ ਰੁਕਦਾ ਨਹੀਂ, ਕਿਸੇ ਦੀ ਚਤਰਾਈ ਕੰਮ ਨਹੀਂ ਆਉਣੀ। ਵੱਡੇ ਵੱਡੇ ਹਾਰ ਗਏ, ਵਾਹਿਗੁਰੂ ਦਾ ਭਾਣਾ ਸਾਰਿਆਂ ਲਈ ਇੱਕੋ ਜਿਹਾ ਹੈ। ਸੁੱਤੇ ਸੁੱਧ ਜੋ ਹੋ ਰਿਹਾ ਹੈ ਉਸ ਨੂੰ ਹੋਣ ਦੇਣਾ ਚਾਹੀਦਾ ਹੈ। ਇਹ ਹੀ ਤਾਂ ਗੁਰੂ ਨਾਨਕ ਜੀ ਦਾ ਫਰਮਾਨ ਸੀ। ਨਾਨਕ ਭਗਤਾਂ ਸਦਾ ਵਿਗਾਸ। ਬੇਮੁਖ ਅਤੇ ਮਨਮੁਖ ਲੋਕ ਤਾਂ ਵਾਹਿਗੁਰੂ ਵਿਖੇ ਵੀ ਦੋਸ਼ ਲਗਾਉਣ ਤੋਂ ਨਹੀਂ ਝਿਜਕਦੇ। ਜਿਸ ਕਿਸੇ ਨੇ ਆਪਣੇ ਆਪ ਨੂੰ ਭਲਾ ਅਤੇ ਦੂਜੇ ਨੂੰ ਬੁਰਾ ਜਾਣਿਆ ਹੈ ਉਹ ਸਦਾ ਖੁਆਰ ਹੁੰਦਾ ਹੈ। ਜੋ ਗੁਰਮੁਖ ਹੁੰਦੇ ਹਨ ਉਹ ਸਰੀਰ ਦੇ ਹੰਕਾਰ ਨੂੰ ਤਿਆਗ ਦਿੰਦੇ ਹਨ। ਉਹ ਜਗਤ ਵਿੱਚ ਨਿਰਹੰਕਾਰ ਵਿਚਰਦੇ ਹਨ ਅਤੇ ਉਹ ਲੋਕ ਲਾਜ ਦੀ ਪ੍ਰਵਾਹ ਨਹੀਂ ਕਰਦੇ, ਬੇਪਰਵਾਹ ਹੁੰਦੇ ਹਨ। ਉਹਨਾਂ ਦੀ ਕਾਰ ਕੇਵਲ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ। ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੁੰਦਾ ਹੈ। ਵਾਹਿਗੁਰੂ ਹੋ ਹੀ ਉਹਨਾਂ ਦਾ ਜਾਂਦਾ ਹੈ। ਐਸੇ ਪੁਰਖ ਭਵ ਸਾਗਰ ਤਰ ਕੇ ਕੰਢੇ ਜਾ ਲੱਗਦੇ ਹਨ। ਜੇ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਦੇ ਤਾਂ ਰਾਮ ਰਾਏ ਨੂੰ ਕੀ ਜਲਨ ਹੈ? ਉਹ ਕਿਉਂ ਆਪਣੀ ਹੀ ਬਾਲੀ ਹੋਈ ਈਰਖਾ ਅਗਨੀ ਵਿੱਚ ਸੜ ਰਿਹਾ ਹੈ? ਗੁਰੂ ਜੀ ਦਾ ਸਹਿਜ ਸੁਭਾਅ ਬਚਨ ਵੀ ਅਮੋਘ ਸੀ। ਰਾਮ ਰਾਏ ਸਾਰੀ ਉਮਰ ਈਰਖਾ ਦੀ ਅੱਗ ਵਿੱਚ ਸੜਦੇ ਰਹੇ ਅਤੇ ਅੰਤ ਵੀ ਜਿੰਦਾ ਸੜੇ ਜਾਣ ਤੇ ਹੋਇਆ। ਰਾਮ ਰਾਏ ਦੇ ਨਿੱਜੀ ਸੇਵਕਾਂ ਨੇ ਹੀ ਰਜਾਈ ਵਿੱਚ ਲਪੇਟ ਅੱਗ ਲਗਾ ਦਿੱਤੀ ਅਤੇ ਉਹਨਾਂ ਦੀ ਡੇਹਰਾਦੂਨ ਵਿਖੇ ਮ੍ਰਿਤੂ ਹੋ ਗਈ। ਦਿਨ ਰਾਤ ਇੱਧਰ ਖੇਚਲਾਂ, ਉੱਧਰ ਔਰੰਗਜ਼ੇਬ ਦਾ ਦਿਨ ਰਾਤ ਇਹ ਯਤਨ ਕਿਵੇਂ ਦੀਦਾਰ ਹੋਣ ਤੇ ਪ੍ਰਣ ਟੁੱਟੇ। ਗੁਰੂ ਜੀ ਨੇ ਸਭਨਾਂ ਦੇ ਦੁੱਖ ਹਰਨ ਲਈ ਆਪ ਹੀ ਕੌਤਕ ਰਚਾਇਆ ਅਤੇ ਸਭਨਾਂ ਦੇ ਦੁੱਖੜੇ ਆਪਣੇ ਸਿਰ ਲੈ ਜੋਤੀ ਜੋਤ ਸਮਾਉਣ ਦਾ ਨਿਰਣੇ ਲੈ ਲਿਆ। ਪ੍ਰੋਫੈਸਰ ਪੂਰਨ ਸਿੰਘ ਅਤੇ ਮਹੇਸ਼ਵਰ ਦਿਆਲ ਦੇ ਸ਼ਬਦ ਇਕੱਠੇ ਪੜ੍ਹਦਿਆਂ ਇਹ ਆਪ ਬਿਮਾਰੀ ਆਪਣੇ ਸਿਰ ਲੈਣ ਦਾ ਰਾਜ ਕੁਝ ਕੁ ਖੁੱਲ੍ਹਦਾ ਦਿਖਾਈ ਦੇਵੇਗਾ, ਪਰ ਪੂਰੀ ਗੱਲ ਦਾ ਨਿਬੇੜਾ ਭਾਈ ਗੁਰਦਾਸ ਜੀ ਦੂਜੇ ਦੀ ਲਿਖੀ ਰਾਮਕਲੀ ਵਾਰ ਪਾਤਸ਼ਾਹੀ 10ਵੀਂ ਕੀ 22ਵੀਂ ਪੌੜੀ ਕਰ ਦੇਵੇਗੀ। ਮਹੇਸ਼ਵਰ ਦਿਆਲ ਨੇ ਤਾਂ ਕੇਵਲ ਇਹ ਹੀ ਲਿਖਿਆ ਹੈ ਕਿ ਲੋਕਾਂ ਦੇ ਦਰਦ ਵੰਡਾਉਂਦੇ, ਪੀੜਾ ਹਰਦੇ, ਨਿਰਣਾ ਲਿਆ ਕਿ ਦੁੱਖ ਹਰਨ ਲਈ ਆਪ ਸਭ ਲੁਕਾਈ ਦੇ ਦੁੱਖੜੇ ਆਪਣੇ ਤੇ ਲੈ ਲੈਣ ਅਤੇ ਇੰਜ ਕਰਦੇ ਉਹਨਾਂ ਨੇ ਚੇਚਕ ਸਹੇੜ ਲਈ ਅਤੇ 30 ਮਾਰਚ 1664 ਨੂੰ ਜੋਤੀ ਜੋਤ ਸਮਾ ਗਏ। ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਪੁਸਤਕ ਦੀ ਬੁੱਕ ਆਫ 10 ਮਾਸਟਰਸ ਵਿੱਚ ਲਿਖਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਇਸ ਤਰ੍ਹਾਂ ਬਿਮਾਰ ਹੋਣਾ ਇੱਕ ਤਰ੍ਹਾਂ ਦਾ ਰੋਸ ਮਾਤਰ ਸੀ। ਇਸ ਰੋਸ ਦੀ ਵਿਆਖਿਆ ਪ੍ਰੋਫੈਸਰ ਪੂਰਨ ਸਿੰਘ ਨੇ ਇੰਜ ਕੀਤੀ ਹੈ। ਗੁਰੂ ਹਰਿਕ੍ਰਿਸ਼ਨ ਜੀ ਆਪਣੇ ਗੁਰੂ ਪਿਤਾ ਹਰ ਰਾਏ ਜੀ ਵਾਂਗੂ ਹੀ ਔਰੰਗਜ਼ੇਬ ਨੂੰ ਮਿਲਣ ਦੇ ਵਿਰੁੱਧ ਸਨ। ਦਿੱਲੀ ਵਿੱਚ ਭਾਵੇਂ ਉਹਨਾਂ ਨੂੰ ਵਾਰ-ਵਾਰ ਮਿਲਣ ਲਈ ਕਿਹਾ ਗਿਆ, ਪਰ ਉਹ ਨਾ ਮਿਲਣ ਤੇ ਹੀ ਦ੍ਰਿੜ ਰਹੇ। ਅਖੀਰ ਉਹ ਦਿੱਲੀ ਵਿੱਚ ਹੀ ਬਿਮਾਰ ਹੋ ਗਏ ਅਤੇ ਇਹ ਬਿਮਾਰੀ ਇੱਕ ਰੋਸ ਮਾਤਰ ਸੀ। ਭਾਈ ਸੇਵਾ ਦਾਸ ਦੀਆਂ ਪਰਚੀਆਂ ਦਾ ਲਿਖਾਰੀ, ਜੋ ਦਸ਼ਮੇਸ਼ ਜੀ ਦਾ ਸਮਕਾਲੀ ਹੈ, ਨੇ ਆਖੇ ਸਾਖੀ 8ਵੇਂ ਮਹਿਲ ਕੀ ਤੁਰੀ ਵਿੱਚ ਵੀ ਇਹ ਹੀ ਲਿਖਿਆ ਹੈ। ਬਹੁੜ ਉਹਾਂ ਹੀ गुरु जी शीतला दा अंगीकार किया, शरीर छोड़ने की तैयारी कीनी। फिर मुख वाक ते यह वचन उचारिया, ना तुर्क क्यों दर्शन देवना है, ना तुर्क का दर्शन लेवना है। हुण सिर्फ वार रामकली पातशाही 10वीं दी 22वीं पौड़ी दे शब्द ही पढ़िया इस बीमारी दे राज दा पता लग जाएगा। हरकृष्ण भयो अष्टम बलबीरा, जिन्नी पहुँच देहली तजियो शरीरा। बाल रूप धरियो स्वांग रचाए, तब सहजे तन को
ਛੋੜ ਸਿਧਾਏ। ਇਉਂ ਮੁਗਲਨ ਸੀਸ ਪਰੀ ਬਹੁਸ਼ਾਰਾ, ਵੈ ਖੁਦ ਪਤ ਸੋ ਪਹੁੰਚੇ ਦਰਬਾਰਾ। ਔਰੰਗੇ ਇਹ ਬਾਦ ਰਚਾਇਓ, ਤਿਨ ਆਪਣਾ ਕੁੱਲ ਸਭ ਨਾਸ ਕਰਾਇਓ। ਇਉਂ ਠਹਿਕ ਠਹਿਕ ਮੁਗਲਾਂ ਸਿਰ ਝਾਰੀ, ਤਨ ਹੋਏ ਪਾਪੀ ਵਹਿ ਨਰਕ ਸਿਧਾਰੀ। ਇਉਂ ਕਰ ਹੈ ਗੁਰਦਾਸ ਪੁਕਾਰਾ, ਹੇ ਸਤਿਗੁਰ ਮੋਹਿ ਲੇਹ ਉਬਾਰਾ। ਇਸ ਦਾ ਮੋਟਾ ਮਤਲਬ ਹੈ ਕਿ 8ਵੇਂ ਸੂਰਬੀਰ ਗੁਰੂ ਹਰਿਕ੍ਰਿਸ਼ਨ ਜੀ ਦੇ ਜ਼ਹੂਰ ਹੋਣ ਨਾਲ ਇੱਕ ਹੋਰ ਗੁਰੂ ਕੌਤਕ ਸਾਡੇ ਸਾਹਮਣੇ ਆਇਆ। ਉਹਨਾਂ ਦਿੱਲੀ ਜਾ ਕੇ ਸੀਸ ਦਿੱਤਾ। ਇਹ ਕੋਈ ਕਿਸੇ ਬਿਮਾਰੀ ਦਾ ਹੱਲਾ ਨਹੀਂ ਸੀ, ਸਗੋਂ ਆਪ ਹੀ ਸਹਿਜੇ ਸਹਿਜੇ ਸਰੀਰ ਛੱਡਣ ਦਾ ਨਿਰਣਾ ਸੀ। ਐਸਾ ਕਰਨ ਦੀ ਲੋੜ ਇਸ ਲਈ ਪਈ ਕਿਉਂਕਿ ਔਰੰਗਜ਼ੇਬ ਨੇ ਇੱਕ ਫਜ਼ੂਲ ਝਗੜਾ ਖੜਾ ਕਰ ਦਿੱਤਾ ਸੀ। ਝਗੜਾ ਸੀ ਕਿ ਗੁਰੂ ਜੀ ਜਾਂ ਦਰਸ਼ਨ ਦੇਣ ਜਾਂ ਕਰਾਮਾਤਾਂ ਦਿਖਲਾਉਣ। ਗੁਰੂ ਪਿਤਾ ਦਾ ਹੁਕਮ ਸੀ ਕਿ ਦਰਸ਼ਨ ਨਹੀਂ ਦੇਣੇ ਅਤੇ ਗੁਰੂ ਘਰ ਕਰਾਮਾਤ ਦਿਖਲਾਉਣ ਦੇ ਵਿਰੁੱਧ ਹੈ। ਆਪ ਜੀ ਦੇ ਸਰੀਰ ਤਜਣ ਨਾਲ ਮੁਗਲਾਂ ਸਿਰ ਬੜੀ ਸੁਆਹ ਪਈ। ਲੋਕੀ ਕਹਿਣ ਲੱਗੇ ਕਿ ਔਰੰਗਜ਼ੇਬ ਨੇ ਗੁਰੂ ਘਰ ਨਾਲ ਮੱਥਾ ਲਗਾ ਕੇ ਚੰਗਾ ਨਹੀਂ ਕੀਤਾ। ਬੜੇ ਹੀ ਤਿੱਖੇ ਨਤੀਜੇ ਨਿਕਲੇ। ਮੁਗਲਾਂ ਨੂੰ ਲੋਕੀ ਮਾੜੀ ਨਜ਼ਰ ਨਾਲ ਦੇਖਣ ਲੱਗ ਪਏ। ਮੁਗਲਾਂ ਦੀ ਸਲਤਨਤ ਹੀ ਤਬਾਹ ਹੋ ਗਈ। ਹੋਰ ਤਾਂ ਹੋਰ ਔਰੰਗਜ਼ੇਬ ਦਾ ਵੀ ਅੱਗਾ ਖਰਾਬ ਹੋਇਆ। ਦੁਸ਼ਟ ਦੋਜ਼ਖ ਦੀ ਅੱਗ ਵਿੱਚ ਪਿਆ। ਇਹ ਵਾਰ ਦੀ ਪੌੜੀ ਪਈ ਦੱਸਦੀ ਹੈ ਕਿ ਇਹ ਬਿਲਕੁਲ ਨਿਰਮੂਲ ਹੈ ਕਿ ਰਾਮ ਰਾਏ ਦੀ ਸਾਰੀ ਚੁੱਕ ਸੀ। ਰਾਮ ਰਾਏ ਤਾਂ ਔਰੰਗਜ਼ੇਬ ਹੱਥੀਂ ਇੱਕ ਹਥਿਆਰ ਸੀ। ਸਿੱਖੀ ਦੀ ਵੱਧਦੀ ਲਹਿਰ ਨੂੰ ਔਰੰਗਜ਼ੇਬ ਜਾਰ ਨਹੀਂ ਸਕਿਆ। ਇਹ ਝਗੜਾ ਵੀ ਉਸੇ ਖੜਾ ਕੀਤਾ। ਗੁਰਜੋਤ ਦੀ ਅਜ਼ਮਤ ਤੋਂ ਉਹ ਨਾ ਵਾਕਿਫ ਸੀ। ਗੁਰੂ ਬਲ ਦਾ ਉਸਨੂੰ ਅੰਦਾਜ਼ਾ ਵੀ ਨਹੀਂ ਸੀ। ਸਤਿਗੁਰ ਕਾ ਵੰਸ਼ ਵਰਣਨ ਵਿੱਚ ਭਾਈ ਰਾਮ ਜੀ ਨੇ ਵੀ ਖੂਬ ਲਿਖਿਆ ਹੈ ਕਿ ਜਦ ਬਾਦਸ਼ਾਹ ਦੇ ਦੂਤ ਦਿੱਲੀ ਤੋਂ ਸੁਨੇਹਾ ਲੈ ਕੇ ਆਏ ਸਨ ਕਿ ਚਲੋ ਬੇਗ ਬਾਦਸ਼ਾਹ ਬੁਲਾਇਓ, ਤਾਂ ਸੰਗਤਾਂ ਨੇ ਵੀ ਉਸੇ ਸਮੇਂ ਆਖ ਦਿੱਤਾ ਸੀ, ਹਮ ਕੀਆ ਬਾਦਸ਼ਾਹ ਕਾ ਖਾਵੇਂ, ਦੂਤਨ ਕੇ ਸੰਗ ਸਤਿਗੁਰ ਜਾਵੇ। ਤਾਂ ਉਸ ਵੇਲੇ ਵੀ ਗੁਰੂ ਪਾਤਸ਼ਾਹ ਨੇ ਮਹਾਵਾਕ ਕੀਤਾ ਸੀ, ਝੂਠੇ ਕਰਕੇ ਮਾਰਨੇ ਮੂਰਖ ਅੰਧ ਗਵਾਰ। ਜਦ ਫਿਰ ਆਪੂ ਦਿੱਲੀ ਪੁੱਜੇ ਤਾਂ ਜੋਤੀ ਜੋਤ ਸਮਾਉਣ ਦੀ ਖੇਡ ਹੀ ਰਚੀ ਸੀ। ਸਵਾਂਗ ਖੇਲ ਸੁਰਪੁਰ ਮੱਗ ਗਏ। ਬੰਸਾਵਲੀ ਨਾਮਾ ਕਿਰਤ ਕੇਸਰ ਨੇ ਹੋਰ ਗੱਲਾਂ ਲਿਖ ਕੇ ਅੰਤਿਮ ਨਿਰਣਾ ਇਹ ਹੀ ਦਿੱਤਾ ਕਿ ਜਦ ਤੁਰਕ ਔਰੰਗਜ਼ੇਬ ਦਰਸ਼ਨ ਨਾ ਕਰ ਸਕਿਆ ਅਤੇ ਨਿਰਾਸ਼ ਹੋਏ ਗਏ ਨਿਜ ਧਾਮੇ, ਤਾਂ ਨਾਵੇਂ ਬਰਸ ਚੜ੍ਹਦੇ ਦੇਹ ਤਿਆਗੀ, ਕਾਰਨ ਤੁਰਕ ਕਮ ਬਖਤ ਅਭਾਗੀ। ਬਸ ਤਾਤਪਰਜ ਇਤਨਾ ਹੈ ਕਿ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਦਾ ਫੈਸਲਾ ਕਰ ਲਿਆ। ਇਹ 25 ਮਾਰਚ ਸਨ 1664 ਦੀ ਵਾਰਤਾ ਹੈ। ਸਰੀਰ ਹੌਲੇ ਹੌਲੇ ਇਹ ਗਰਮਾਇਸ਼ ਵਿੱਚ ਆ ਗਿਆ। ਘੂਕੀ ਵੱਜ ਗਈ। ਜਦ ਮਾਤਾ ਜੀ ਨੂੰ ਜੋਤੀ ਜੋਤ ਸਮਾਉਣ ਦੇ ਬਚਨ ਆਖੇ ਤਾਂ ਮਾਤਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ, ਤੁਸੀਂ ਗੁਰੂ ਨਾਨਕ ਜੀ ਦੀ ਗੱਦੀ ਤੇ ਬੈਠ ਕੇ ਆਨੰਦ ਵੰਡ ਰਹੇ ਸਾਂ। ਇਹ ਹੁਣ ਇਤਨੀ ਛੇਤੀ ਨਿਰਣਾ ਕਿਉਂ ਲਿਆ ਜੇ? ਜਿਸ ਵੱਲ ਤੁਹਾਡੀ ਦ੍ਰਿਸ਼ਟੀ ਪੈਂਦੀ ਸੀ ਉਸ ਦੇ ਦੁੱਖ ਦੂਰ ਹੋ ਜਾਂਦੇ ਸਨ। ਜਿਸ ਦ੍ਰਿੜਤਾ ਤੇ ਖੂਬੀ ਨਾਲ ਤੁਸੀਂ ਗੁਰੂ ਜੋਤ ਦਾ ਪ੍ਰਕਾਸ਼ ਕਰ ਰਹੇ ਸਾਂ, ਸਭ ਧੰਨ ਧੰਨ ਆਖ ਰਹੇ ਹਨ। ਇਸ ਤਰ੍ਹਾਂ ਨਾ ਵਿਚਰੋ। ਤੁਸੀਂ ਜਾਣਦੇ ਹੀ ਹੋ ਕਿ ਸੋਢੀ ਸਭ ਝਗੜਾਲੂ ਹਨ। ਸੋਢੀ ਸਭ ਸ਼ਰੀਕ ਸੋਬਾਦੀ। ਉਹ ਪਿੱਛੋਂ ਬਹੁਤ ਖਰੂਦ ਮਚਾਉਣਗੇ। ਗੁਰੂ ਜੀ ਨੇ ਧੀਰਜ ਦਿੰਦੇ ਫਰਮਾਇਆ, ਮਾਤਾ ਜੀ ਇਹ ਸਭ ਵਿਧਾਤਾ ਦੇ ਲਿਖੇ ਅਨੁਸਾਰ ਹੋ ਰਿਹਾ ਹੈ। ਉਸੇ ਨੂੰ ਉਘਾੜਨਾ ਹੈ। ਗੁਰੂ ਨਾਨਕ ਦੀ ਗੱਦੀ ਨੂੰ ਕੋਈ ਖਾਇਕ ਹਿਲਾ ਨਹੀਂ ਸਕਦਾ। ਇਹ ਸੁੱਚੀ ਖਰੀ ਗੱਦੀ ਹੈ। ਗੁਰੂ ਬਾਬੇ ਦੀ ਧਰੀਨੀ ਅਚਲ ਹੈ, ਦ੍ਰਿੜ ਰਹੇਗੀ ਅਤੇ ਸਦਾ ਸੁੱਖ ਵੰਡਦੀ ਰਹੇਗੀ। ਫਿਰ ਫਰਮਾਇਆ, ਤੁਸੀਂ ਤਾਂ ਮੇਰੀ ਮਾਂ ਹੋ। ਤੁਹਾਨੂੰ ਤਾਂ ਘੱਟ ਤੋਂ ਘੱਟ ਹੋਰਨਾਂ ਵਾਂਗ ਸੋਚਣਾ ਹੀ ਨਹੀਂ ਚਾਹੀਦਾ। ਤੁਹਾਨੂੰ ਤਾਂ ਸਗੋਂ ਰਜਾ ਜਾਣ ਸਮਝਾਉਣਾ ਚਾਹੀਦਾ ਹੈ। ਜਗਤ ਰਚਨਾ ਪਾਜ ਵਾਲੀ ਹੈ, ਖੇਲ ਤਮਾਸ਼ਾ ਦਿਨ ਚਾਰ ਹੈ, ਸੰਸਾਰ ਨਾਸ਼ਵਾਨ ਹੈ। ਇਸ ਨਾਲ ਪ੍ਰੀਤੀ ਕਰਨ ਨਾਲ ਕਦੇ ਸੁੱਖ ਕਿਸੇ ਨੂੰ ਨਹੀਂ ਮਿਲਿਆ। ਇਹ ਦਿਸਦਾ ਜਗਤ ਤਾਂ ਹਰ ਚੰਦੋਰੀ ਨਗਰੀ ਬਾਦਲ ਦੀ ਛਾਈ ਬਾਜੀਗਰ ਦੀ ਮਾਇਆ ਹੈ। ਬਾਜੀ ਖੇਲ ਗਏ ਜਿਉਂ ਬਾਜੀਗਰ। ਜੋ ਵੀ ਇਸ ਦਿਸਦੇ ਸੰਸਾਰ ਨੂੰ ਸੱਚਾ ਸਮਝ ਪਕੜਨਾ ਚਾਹੇਗਾ ਖੁਆਰ ਹੋਵੇਗਾ। ਨਦੀ ਦੇ ਪ੍ਰਵਾਹ ਵਾਂਗ ਜੀਵਨ ਹੈ। ਜਾ ਵੀ ਰਿਹਾ ਹੈ ਪਰ ਦੇਖਣ ਨੂੰ ਭਰਿਆ ਭਰਿਆ ਰਹਿੰਦਾ ਹੈ। ਜੋ ਉਪਜਿਆ ਉਸ ਬਿਨਸਣਾ ਹੈ। ਇਹ ਹੀ ਪ੍ਰਭੂ ਦੀ ਖੇਡ ਹੈ। ਮਾਤਾ ਜੀ ਧੀਰਜ ਵਿੱਚ ਆ ਗਏ। ਬਚਨ ਹੁੰਦੇ ਸੁਣ ਸੰਗਤਾਂ ਦਰਸ਼ਨਾਂ ਨੂੰ ਚਲੀਆਂ ਆਈਆਂ। ਅੱਗੇ ਵੱਧ ਕੇ ਭਾਈ ਗੁਰਬਖਸ਼ ਜੀ ਨੇ ਬੇਨਤੀ ਕੀਤੀ ਕਿ ਤੁਸੀਂ ਹਲਤ ਪਲਤ ਦੇ ਰਾਖੇ ਹੋ, ਮੁਰਦਿਆਂ ਨੂੰ ਵੀ ਜੀਵਨ ਦਾਨ ਦੇ ਰਹੇ ਹੋ, ਰੋਗੀਆਂ ਦੇ ਰੋਗ ਖੰਡਨ ਕਰ ਰਹੇ ਹੋ। ਸਾਡੀ ਬੇਨਤੀ ਹੈ ਕਿ ਹੋਰ ਆਜੂ ਭੋਗੋ ਅਤੇ ਗੁਰਗੱਦੀ ਦੀ ਇਸ ਪਵਿੱਤਰਤਾ ਨੂੰ ਕਾਇਮ ਰੱਖੋ। ਸਭ ਦੀਆਂ ਬੇਨਤੀਆਂ ਸੁਣ ਕੇ ਮਹਾਰਾਜ ਨੇ ਫਰਮਾਇਆ,
परमेश्वर दी ਇਹ ਹੀ ਮਰਜ਼ੀ ਹੈ। ਗੁਰਗੱਦੀ ਅਚਲ ਹੈ, ਇਸ ਦਾ ਪ੍ਰਤਾਪ ਕਦੇ ਘਟੇਗਾ ਨਹੀਂ, ਦਿਨੋਂ ਦਿਨ ਵੱਧਦਾ ਹੀ ਜਾਵੇਗਾ। ਸਰੀਰਾਂ ਦੇ ਮੇਲ ਥੋੜ ਚਿਰੇ ਹੀ ਹਨ, ਕੇਵਲ ਗੁਰੂ ਉਪਦੇਸ਼ ਨੂੰ ਕਮਾਉਣ ਦੀ ਲੋੜ ਹੈ। ਗੁਰੂ ਉਪਦੇਸ਼ ਕਮਾਇਆ ਮਨ ਵਾਂਛਿਤ ਫਲ ਮਿਲਦੇ ਹਨ। ਇਹ ਕਦੇ ਨਾ ਭੁੱਲਣਾ ਕਿ ਸਭ ਦਾ ਗੁਰੂ ਗ੍ਰੰਥ ਸਾਹਿਬ ਹੈ। ਜੋ ਗੁਰੂ ਦਾ ਦਰਸ਼ਨ ਕਰਨਾ ਲੋਚਦਾ ਹੈ, ਉਹ ਸ਼ਰਧਾ ਅਤੇ ਨਿਮਰਤਾ ਨਾਲ ਗੁਰੂ ਗ੍ਰੰਥ ਦੇ ਦਰਸ਼ਨ ਕਰੇ, ਸਭ ਪਾਪ ਵਿਨਾਸ਼ ਹੋ ਜਾਣਗੇ। ਜੋ ਸਾਡੇ ਨਾਲ ਬਚਨ ਕਰਨਾ ਚਾਹੁੰਦਾ ਹੈ, ਉਹ ਚਾਅ ਨਾਲ ਪਾਠ ਕਰੇ, ਧਿਆਨ ਨਾਲ ਸੁਣੇ ਅਤੇ ਸ਼ਰਧਾ ਨਾਲ ਅਪਣਾਏ ਅਤੇ ਜ਼ਿੰਦਗੀ ਵਿੱਚ ਢਾਲੇ। ਉਸ ਨੂੰ ਚਾਰੇ ਪਦਾਰਥ ਆਪ ਮੁਹਾਰੇ ਮਿਲ ਜਾਣਗੇ। ਕਦੇ ਕੋਈ ਇੱਛਾ ਹੋਵੇ, ਵਿਘਨ ਆ ਪਵੇ, ਦੁੱਖ ਸਤਾਏ, ਮਨ ਨਾ ਟਿਕੇ ਤਾਂ ਸ਼ਰਨ ਗੁਰੂ ਗ੍ਰੰਥ ਸਾਹਿਬ ਦੀ ਤੱਕਣੀ। ਗੁਰੂ ਗ੍ਰੰਥ ਸਾਹਿਬ ਉਸੇ ਵੇਲੇ ਸਹਾਇਕ ਹੋਣਗੇ, ਦੁੱਖ ਕੱਟਣਗੇ। ਸਰੀਰ ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ। ਦਰਸ਼ਨ ਹੀ ਸ਼ਬਦ ਵਿੱਚੋਂ ਹੋਣਗੇ। ਸ਼ਬਦ ਵਿਚਾਰ ਕੀਤਿਆਂ ਪ੍ਰਭੂ ਵੀ ਪ੍ਰਤੱਖ ਹੋ ਜਾਂਦਾ ਹੈ। ਦੇਖਣ ਵਿਚਾਰ ਗੁਰੂ ਨਾਨਕ ਜੀ ਦਾ ਫਰਮਾਨ ਹੈ। ਹਰ ਰੋਜ਼ ਬਾਣੀ ਪੜ੍ਹਨੀ ਸੁਣਨੀ, ਗੁਰੂ ਗ੍ਰੰਥ ਹੀ ਗੁਰੂ ਦਾ ਹਿਰਦਾ ਹੈ। ਸਤਨਾਮ ਦਾ ਸਿਮਰਨ ਕਰਦੇ ਰਹਿਣਾ, ਸੰਗਤ ਕਰਨੀ ਅਤੇ ਸਦਾ ਨਿਮਰ ਭਾਵ ਵਿੱਚ ਵਿਚਰਨਾ। ਇਹ ਕੀਤੇ ਬਚਨ ਪ੍ਰਗਟ ਪਏ ਕਰਦੇ ਹਨ ਕਿ ਗੁਰੂ ਸਾਹਿਬ ਨੇ ਸਦਾ ਸ਼ਬਦ ਮਿਲਾਵਾ ਤੇ ਹੀ ਜ਼ੋਰ ਦਿੱਤਾ। ਦੇਹ ਮਿਲਾਵਾ, ਪੂਜਾ, ਰਸਮ ਜਾਂ ਰੀਤੀ ਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ। ਨਿੱਜੀ ਮਿਲਾਪ ਵੀ ਸ਼ਬਦ ਨੂੰ ਸਮਝ ਹਿਰਦੇ ਵਸਾਉਣਾ ਹੈ। ਸੰਗਤ ਬਚਨ ਸੁਣਦੇ ਵਿਸਮਾਦ ਵਿੱਚ ਚਲੀ ਗਈ। ਸਭ ਪਾਸੇ ਆਤਮਿਕ ਹੁਲਾਰੇ ਦਾ ਵਾਤਾਵਰਨ ਪੈਦਾ ਹੋ ਗਿਆ। ਉਸ ਚੁੱਪ ਨੂੰ ਤੋੜਦੇ ਇੱਕ ਨੇ ਕਿਹਾ, ਤੁਸੀਂ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲ ਕੇ ਸਿੱਖੀ ਮਰਿਆਦਾ ਨੂੰ ਭਲੀ ਪ੍ਰਕਾਰ ਕਾਇਮ ਰੱਖਿਆ ਹੈ। ਸਿੱਖੀ ਰੀਤ ਭਲੇ ਪ੍ਰਤੀਪਾਲੀ। ਹੁਣ ਇਹ ਪੰਥ ਕਿਸ ਦੇ ਲੜ ਲੱਗਾ, ਚਲੇ ਹੋ ਹੁਕਮ ਕਰੋ। ਉਸ ਸਮੇਂ ਗੁਰੂ ਜੀ ਨੇ ਹੁਕਮ ਕੀਤਾ ਕਿ ਨਾਰੀਅਲ 5 ਪੈਸੇ ਲਿਆਵੋ। ਸੋਨੇ ਦੇ ਥਾਲ ਵਿੱਚ ਸੰਗਤ ਨੇ 5 ਪੈਸੇ ਤੇ ਨਾਰੀਅਲ ਲਿਆ ਰੱਖਿਆ। ਨਾਰੀਅਲ ਅਤੇ 5 ਪੈਸੇ ਛੂ ਆਪ ਜੀ ਨੇ ਟਿਕੇ ਹੋਏ ਹੀ ਸੱਜੇ ਹੱਥ ਨੂੰ ਉਠਾ ਲਿਆ। 3 ਵਾਰੀ ਗੋਲਾਕਾਰ ਕੀਤਾ ਤੇ ਅੱਖਾਂ ਮੀਟ ਕੇ ਸਿਰ ਝੁਕਾਇਆ। ਧਿਆਨ ਵਿੱਚ ਪਰਿਕਰਮਾ ਕਰਕੇ ਹੁਕਮ ਕੀਤਾ, ਬਾਬਾ ਬਸਿਆ ਜੀ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਜਦ ਕਿਸੇ ਵਿੱਚੋਂ ਨਾਂ ਪੁੱਛਿਆ ਤਾਂ ਆਪ ਜੀ ਨੇ ਇਤਨਾ ਹੀ ਕਿਹਾ, ਗੁਰਦੇਵ ਕਦੇ ਛਿਪਦੇ ਨਹੀਂ। ਉਹ ਸੂਰਜ ਸਮ ਸਭ ਨੂੰ ਦਿਖਾਈ ਦੇਣਗੇ। ਉਹ ਪ੍ਰਿਥੀ ਸਮ ਧੀਰਜ ਵਾਲੇ, ਸੂਰਜ ਵਾਂਗ ਪਰਉਪਕਾਰੀ, ਚੰਦਰਮਾ ਸਮ ਠੰਡੇ ਜਿਗਰ ਵਾਲੇ ਹੋਣਗੇ। ਜ਼ੁਲਮੀ ਰਾਜ ਨੂੰ ਬੰਨ੍ਹ ਪਾਉਣਗੇ। ਉਸਦੇ ਸਪੁੱਤਰ ਪੰਥ ਦੀ ਸਾਜਨਾ ਕਰਨਗੇ। ਜ਼ੁਲਮ ਦੀ ਜੜ ਹੀ ਉਖੇੜ ਦੇਣਗੇ। ਦਾ ਵਾਕ ਉਚਾਰ ਕੇ ਆਪ ਜੀ ਮੌਨ ਹੋ ਗਏ। ਮੁੱਠੀ ਭੀਚ ਲਈ ਅਤੇ ਸਮਾਧੀ ਲੱਗ ਗਈ। ਹੋਰ ਕੋਈ ਬਚਨ ਉਹਨਾਂ ਨਾ ਕੀਤਾ। ਮਹਿਮਾ ਪ੍ਰਕਾਸ਼ ਦਾ ਲਿਖਣਾ ਹੈ ਕਿ ਅਬ ਜਾਏ ਦਰਸ਼ਨ ਤੁਮ ਕਰੋ ਬਕਾਲੇ, ਤਾਹਾਂ ਰਹੇ ਬਾਬਾ ਜੀ ਦੀਨ ਦਿਆਲੇ। ਇਹ ਬਚਨ ਕਹਾਂ ਪੁੰਨ ਲਗੀ ਸਮਾਧੀ। ਭਾਈ ਗੁਲਾਬ ਸਿੰਘ ਜੀ ਨੇ 8ਵੀਂ 9ਵੀਂ ਪਾਤਸ਼ਾਹੀ ਦੇ ਸ਼ਹੀਦੀ ਪ੍ਰਸੰਗ ਵਿੱਚ ਲਿਖਿਆ ਹੈ ਕਿ ਗੁਰੂ ਜੀ ਨੇ ਫਰਮਾਇਆ, ਅਬ ਬਾਬਾ ਜੀ ਬੀਚ ਬਕਾਲੇ ਪਏ, ਸਭ ਸੰਗਤ ਧਰ ਸੁਣੇ ਜੀਓ। ਭਾਈ ਕੇਸਰ ਸਿੰਘ ਬੰਸਾਵਾਲੀ ਨਾਮਾ ਵਿੱਚ ਲਿਖਿਆ ਹੈ, ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ, ਗਰੀਬ ਨਿਵਾਜ ਸੰਗਤ ਛੱਡੀ ਕਿਸ ਪਾਸ। ਉਸ ਵਕਤ ਬਚਨ ਕੀਤਾ ਬਾਬਾ ਬਕਾਲੇ। ਗੁਰੂ ਬਿਲਾਸ ਪਾਤਸ਼ਾਹੀ 10ਵੀਂ ਕਿਰਤ ਭਾਈ ਸੁੱਖਾ ਸਿੰਘ ਵਿੱਚ ਵੀ ਇਹ ਵਾਰਤਾ ਇਸੇ ਤਰ੍ਹਾਂ ਹੈ। ਗੁਰੂ ਬਿਲਾਸ ਦੇ ਸ਼ਬਦ ਹਨ, ਸੰਗਤ ਕਹੀ ਪ੍ਰਭੂ ਜਗਨਾਥਾ, ਬਾਬਾ ਸਹੀ ਬਕਾਲੇ ਆਹੇ। ਯੋ ਕਹਿ ਕਰ ਸਤਿਗੁਰ ਬਚ ਆਦ, ਨਿਜ ਸੁਖ ਭੀਤਰ ਗਏ ਸਮਾਏ। ਭਾਈ ਸਰਦੂਲ ਸਿੰਘ ਜੀ ਨੇ ਗੁਰੂ ਪ੍ਰਣਾਲੀ ਵਿੱਚ ਵੀ ਇਹ ਹੀ ਲਿਖਿਆ ਹੈ, ਜੋਤੀ ਜੋਤ ਮਿਲੇ ਹਰ ਨਾਲੇ, ਕਹਿ ਕੇ ਬਾਬਾ ਅਹੇ ਬਕਾਲੇ। ਇਸ ਸਮੁੱਚੀ ਸਾਖੀ ਨੂੰ ਭਾਈ ਸੇਵਾ ਦਾਸ ਜੀ ਨੇ ਆਪਣੀਆਂ ਪਰਚੀਆਂ ਵਿੱਚ ਇਸ ਤਰ੍ਹਾਂ ਲਿਖਿਆ ਹੈ, ਫਿਰ ਸੰਗਤ ਅਰਦਾਸ ਕੀਨੀ, ਜੋ ਸੱਚੇ ਪਾਤਸ਼ਾਹ ਤੂੰ ਗੁਰ ਹੈ ਹੀ। ਕਰਨ ਕਾਰਨ ਤੇ ਸਰੀਰ ਤੇਰਾ ਬਾਲਕ ਹੈ, ਤੁਮਹੇ ਨੇ ਜਗਤ ਕਾ ਤਮਾਸ਼ਾ ਕਿਛ ਨਹੀਂ ਦੇਖਿਆ। ਦਇਆ ਕਰਕੇ ਸਰੀਰ ਕਿਉਂ ਰਾਖੀਏ, ਅਰ ਜਗਤ ਤਮਾਸ਼ਾ ਦੇਖੀਏ ਅਤੇ ਸੰਗਤ ਕੋ ਵੀ ਉਧਾਰੀਏ। ਹੁਕਮ हुआ संगत जी, जहाँ हम जावना है तहाँ परम बिलास है, अर बड़ा रंग है जगत का तमाशा, उसके तुल कुछ बस्त नहीं। फिर हुक्म हुआ 5 पैसे और नारियल लियावो, जो संगत को फिर गुरु जी का अंचल पकड़िए। तो सिखा गुर के बचन पाए, 5 पैसे और नारियल आणिया। तब गुरु अपने सन्मुख रखाए कर माथा टेकिया। फिर यह बचन उचारिया, जो बाबा बकाले। तो फिर संगत पूछया, जो सच्चे पातशाह गुर जी का नाम भी कह दीजिए।
ਹੁਕਮ ਹੋਆ गुरु शाना नहीं रहेगा। संगत दी रुचि तां बातां करने की बहुती सी, पर संगत की ओर देख कर बाबे मूठ कीनी। अर्थ यह जो चुप कर जावो तां संगत देखिया जो बातां करने की गुरु जी की रुचि नहीं, संगत चुप कर गई। गुरु हरकृष्ण जी ने अपनी अध्यात्मिक जिम्मेवारी नूं खूब निभाया। उस स्थान का नां लिया जिथों जगत कल्याण लई फेर गुरु नानक जी ने प्रगट होना सी। यह कोई अनिश्चित वाक नहीं सन। बाबा गुरु जी का भी प्रतीक है कि गुरु हरकृष्ण जी के रिश्ते वजों गुरु तेग बहादुर जी बाबा दादा ही लगते सन। गुरु हरकृष्ण जी बाबा गुरदित्ता जी के पोतरे सन अते बाबा गुरदित्ता जी गुरु तेग बहादुर जी के वड्डे भरा सन। फिर बाबा बकाला विखे कोई होर नेड़े का भी रिश्तेदार नहीं सी रहिंदा जो रिश्तेदार विच बाबा होवे। बाबा सूरजमल अते अणी राय किरतपुर टिकाणा रखते सन। होर हुणे ही 21 मार्च 1664 जोती जोत समाउण तो 9 दिन पहलां तां गुरु तेग बहादुर जी दिल्ली सन। आप ही गुरु हरकृष्ण जी ने सब संगतां सामणे बकाला जाण लई आग्या कीती सी। भरम दी गुंजाइश नहीं सी। जद दोखियां ने यह बाबा बकाला दे वाक सुने तां ओह मंजियां लगा के बैठ गए। गुरु तेग बहादुर जी ने अपने धीरजी सुभाਅ मुताबिक किसी नूं कुछ कहना मुनासिब ना समझिया। धीर मल यह जरूर कह रहा सी, गुरियाई है असाडी हरकृष्ण जो कहा बाबा बकाले असी बाबे हाँ आदि, बाबे गुरदित्ते की असी औलाद, तेग बहादुर है पंजवीं जाग असी बाबे आदि। बंसावाली नामे ने तिखी तनज करदे लिखिया कि धीर मल भुल ही गया कि गुरु हरकृष्ण जी ने मर गया बाबा कहा है कि जिंदा। बाबा गुरदित्ता जी तां चिर होया चढ़ाई कर गए सन अते जिउंदे केवल बाबा तेग बहादुर जी ही सन। साडी गुरियाई दी समगरी सांभ रख लई गई अते पिछों द्वारका दास जी दे सपुत्र दीवान दरगाह मल जी नूं दित्ती गई अते संगतां समेत बाबा बकाला जाके मर्यादा अनुसार गुरु तेग बहादुर नूं गुरगद्दी दी जिम्मेवारी सौंपण। भाई दरगाह मल कुछ कारणा करके छेती बकाला ना पुज सके। ओह किते 11 अगस्त 1664 नूं बाबा बकाला पुजे। इस दौरान 4 महीनों विच दोखियां अते दावेदारां ने खूब खरूद मचाया। संगतां व्याकुल हो गईयां। भावें खबर तां पुज गई सी पर जद तक दिल्ली तो दरगाह मल जी ना पुजन निबेड़ा नहीं सी हुंदा। माता नानकी जी ने गोइंदवाल भाई द्वारका दास जी अते भाई गड़िया जी नूं लिखिया कि संगतां भटक रहीआं हन। हालत ऐसी हो गई है जिवें मलाह बिन बेड़ी अते आगू बिना फौज बेमुहार हो जाती है। गुरु तेग बहादुर आपा नहीं जणाउणा चाहुंदे। बाबा बकाला दे कहे गुरां ते शब्द तो ਧਰੋਹੀ खूब लाहा लै रहे हैं। 11 अगस्त 1664 ਨੂੰ ਬਕਾਲਾ ਵਿਖੇ ਦੀਵਾਨ ਸਜਾਇਆ ਗਿਆ। ਸਭ ਸੰਗਤਾਂ ਜੁੜ ਬੈਠੀਆਂ। ਕਿਰਤਪੁਰ ਤੋਂ ਬਾਬਾ ਸੂਰਜ ਮੱਲ ਜੀ ਦੇ ਬੇਟੇ ਦੀਪ ਚੰਦ ਅਤੇ ਨੰਦ ਚੰਦ ਜੀ ਵੀ ਪੁੱਜ ਗਏ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੂੰ ਸਾਰੀ ਸਮੱਗਰੀ ਦਰਗਾਹ ਮੱਲ ਜੀ ਨੇ ਸੌਂਪੀ ਅਤੇ ਉਹਨਾਂ ਅੱਗੇ ਵਧ ਕੇ ਗੁਰੂ ਚਰਨਾਂ ਤੇ ਹੀ ਭੇਂਟ ਕੀਤੀ। ਤਿਲਕ ਲਗਾਇਆ ਤੇ ਸਾਰੀਆਂ ਸੰਗਤਾਂ ਨੇ ਖੁਸ਼ੀ ਦੇ ਜਕਾਰੇ ਛੱਡੇ, ਵਧਾਈਆਂ ਦਿੱਤੀਆਂ, ਭੱਟਾਂ ਸਵਈਏ ਗਾਏ, ਭੇਟਾਂ ਚੜਾਈਆਂ। ਦੀਵਾਨ ਰੋਜ਼ ਸਜਣ ਲੱਗੇ। ਕੀਰਤਨ ਉਪਰੰਤ ਆਪ ਗੁਰੂ ਤੇਗ ਬਹਾਦਰ ਜੀ ਕਥਾ ਕਰਦੇ। ਗੁਰਬਿਲਾਸ ਪਾਤਸ਼ਾਹੀ 10ਵੀਂ ਕਿਰਤ ਭਾਈ ਸੁਖਾ ਜੀ ਨੇ ਲਿਖਿਆ ਹੈ ਕਿ ਬਕਾਲਾ ਵਿਖੇ ਵਸੇਬੇ ਵੇਲੇ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਕਰਦੇ ਸਨ। ਅੰਮ੍ਰਿਤ ਵੇਲੇ ਪਾਠ ਕਰਨਾ ਆਰੰਭ ਕਰਦੇ, ਰਾਤ ਗਈ ਤੱਕ ਕਰਦੇ ਰਹਿੰਦੇ। ਕੋਈ ਬੁਲਾਏ ਤਾਂ ਬੋਲਣ ਤਾਂ ਇੱਕ ਪਾਸੇ, ਦੇਖਦੇ ਵੀ ਨਹੀਂ ਸਨ। ਗੁਰਬਾਣੀ ਦੇ ਭਾਵ ਨੂੰ ਅੰਦਰ ਵਸਾਉਂਦੇ। ਇਹ ਹੀ ਤਪ ਹੈ ਜੋ ਉਹਨਾਂ ਕੀਤਾ। ਇਹ ਯਾਦ ਰਹੇ ਕਿ ਗੁਰੂ ਲਾਧੋ ਦੀ ਵਾਰਤਾ 9 ਅਕਤੂਬਰ 1664 ਨੂੰ ਹੋਈ ਸੀ। ਧੀਰ ਮੱਲ ਵਿਰੋਧਤਾ ਤੋਂ ਹਟਿਆ ਨਹੀਂ ਸੀ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਜਿਸ ਦਾ ਬੇੜਾ ਗੁਰੂ ਕਿਰਪਾ ਸਦਕਾ ਬੰਨੇ ਲੱਗਾ ਸੀ, ਬਕਾਲਾ ਵਿਖੇ ਦਸਵੰਧ ਦੀ ਰਕਮ ਦੇਣ ਆਇਆ ਸੀ। ਜਦ ਉਸ ਨੇ ਗੁਰੂ ਜੀ ਅੱਗੇ ਵੀ 2 ਮੋਹਰਾਂ ਰੱਖੀਆਂ ਤਾਂ ਗੁਰੂ ਜੀ ਨੇ ਫਰਮਾਇਆ ਸੀ, ਜੋ ਗੁਰੂ ਘਰ ਦੀ ਪੂਰੀ ਭੇਟਾ ਹੈ ਰੱਖ ਦੇ, ਆਪਣੇ ਪਾਸ ਨਾ ਰੱਖ। ਸਾਗਰ ਵਿੱਚ ਜਹਾਜ਼ ਅੜਨ ਅਤੇ ਫਿਰ ਪਾਰ ਹੋਣ ਵੇਲੇ ਜੋ ਸੰਕਲਪ ਕੀਤਾ ਸੀ ਅਤੇ ਗੁਰੂ ਘਰ ਦਾ 10ਵਾਂ ਹਿੱਸਾ ਹੈ ਉਹ ਸਾਰੇ ਦਾ ਸਾਰਾ ਦੇ ਦੇਵੋ। ਇਹ ਸੁਣਦੇ ਸਾਰ ਮੱਖਣ ਸ਼ਾਹ ਜੀ ਕੋਠੇ ਤੇ ਚੜ੍ਹ ਕੇ ਉੱਚੀ ਉੱਚੀ ਪੁਕਾਰਨ ਲੱਗਾ ਕਿ ਭਲੀ ਸੰਗਤ ਗੁਰ ਹੈ ਇਹ। ਸ਼ਹੀਦ ਬਿਲਾਸ ਦੇ ਕਰਤੇ ਅਨੁਸਾਰ ਸਭ ਇੰਜ ਭੱਜ ਨੱਸ ਉੱਠੇ ਜਿਵੇਂ ਸੂਰਜ ਨਿਕਲਣ ਨਾਲ ਰਾਤ ਦਾ ਹਨੇਰਾ ਅਲੋਪ ਹੋ ਜਾਂਦਾ ਹੈ। ਤਬ ਮੰਜੀ ਸਭ ਹੀ ਛਿਪ ਗਈ। ਤੇਜ ਤਰਨ ਤੇ
ਜਿਉ ਨਸ ਗਈ। ਸੋ ਪ੍ਰਗਟੇ ਗੁਰੂ ਤੇਗ ਬਹਾਦਰ, ਜਨ ਆਪਣੇ ਕੀ ਰਾਖੀ ਚਾਦਰ। ਗੁਰੂ ਹਰਕ੍ਰਿਸ਼ਨ ਜੀ ਬਾਬਾ ਬਕਾਲਾ ਦੇ ਬਚਨ ਫਰਮਾ ਕੇ ਸਮਾਧੀ ਲੀਨ ਹੋ ਗਏ। ਕੁਝ ਚਿਰ ਤਾਂ ਸਾਰੇ ਹੀ ਸੁੰਨ-ਮੁੰਨ ਹੋ ਗਏ। ਅੱਗੇ ਵੱਧ ਕੇ ਮਾਤਾ ਸੁਲੱਖਣੀ ਜੀ ਨੇ ਗੁਰੂ ਜੀ ਨੂੰ ਗੋਦ ਵਿੱਚ ਲੈ ਲਿਆ। ਮੁੱਖ ਕਮਲ ਵਾਂਗ ਖਿੜਿਆ ਹੋਇਆ ਸੀ। ਕੀਰਤਨ ਹੋ ਰਿਹਾ ਸੀ। ਜਦ ਅੱਧੀ ਰਾਤ ਤੋਂ 1 ਘੜੀ ਉੱਤੇ ਹੋਈ ਤਾਂ ਗੁਰੂ ਜੀ ਜੋਤੀ ਜੋਤ ਸਮਾ ਗਏ। ਸੰਗਤ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਸੂਰਜ ਛਿਪਣ ਵੇਲੇ ਕਿਰਨ ਸੰਕੋਚ ਦਾ ਲਾਲੀ ਵੜਦਾ ਹੌਲੇ ਹੌਲੇ ਛਿਪਦਾ ਹੈ।